ਨੰਦਨ ਪਗ ਪੰਕਜ ਬੰਦਨਾ। ਸਿਮਰੋ ਅੰਗਦ ਦੋਖ ਨਿਕੰਦਨਾ। ਅਮਰਦਾਸ ਗੁਰ ਹਿਰਦੈ ਧਿਆਵੋ, ਹਿਰਦੈ ਧਿਆਵੋ। ਸ੍ਰੀ ਗੁਰੂ ਰਾਮਦਾਸ ਗੁਣ ਗਾਵੋ। ਸ੍ਰੀ ਅਰਜਨ ਬਿਗਨਨ ਕੇ ਨਾਸਕ, ਬਿਗਨਨ ਕੇ ਨਾਸਕ। ਸ੍ਰੀ ਹਰਿ ਗੋਬਿੰਦ ਸੁਭ ਸਮਤ ਪ੍ਰਕਾਸ਼ਕ। ਸ੍ਰੀ ਹਰਿ ਰਾਏ ਨਾਮੋ ਕਰ ਜੋਰੀ, ਨਾਮੋ ਕਰ ਜੋਰੀ। ਸ੍ਰੀ ਹਰਿ ਕ੍ਰਿਸ਼ਨ ਮਨਾਏ ਬਹੋਰੀ। ਤੇਗ ਬਹਾਦਰ ਪਰਮ ਕਿਰਪਾਲਾ, ਸਤਿਗੁਰ ਪਰਮ ਕਿਰਪਾਲਾ। ਸ੍ਰੀ ਗੁਰੂ ਗੋਬਿੰਦ ਸਿੰਘ ਵਿਸਾਲਾ। ਤਾਰੋ ਤਾਰਾ ਪਰ ਪੁਨ ਪੁਨ ਸੀਸਾ ਜੀ, ਪੁਨ ਪੁਨ ਸੀਸਾ। ਬੰਦੋ ਬਾਰ ਬਾਰ ਜਗਦੀਸਾ। ਸੁਨ ਕਲਗੀਧਰ ਭਏ ਪ੍ਰਸੰਨ, ਕਹਿਓ ਬਚਨ ਸਿਖਣੀ ਤੂੰ ਧਨ। ਨੈ ਹਰ ਸਾਹੁਰ ਧਨ ਸੋ ਤੇਰੇ, ਜਿਸਨੈ ਸ਼੍ਰਵਣ ਸੁਨਿਓ ਇਕ ਬੇਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਦੀ ਸਾਜੀ ਨਵਾਜੀ ਗੁਰੂ ਕੀ ਸੰਗਤ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਇਤਿਹਾਸ ਸਰਵਣ ਕਰਨ ਵਾਸਤੇ ਆਪ ਸੰਗਤਾਂ ਗੁਰੂ ਦਰਬਾਰ ਵਿੱਚ ਸੁਭਾਏਮਾਨ ਹੋਏ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਦੇ ਕੋਲ ਸੰਗਤਾਂ ਆਈਆਂ ਦਰਸ਼ਨ ਕਰਨ ਵਾਸਤੇ। ਇੱਕ ਸਿੱਖ ਬੀਬੀ ਆਈ ਹੈ। ਮਹਾਰਾਜ ਕਹਿਣ ਲੱਗੇ ਆਪਣੇ ਮਨ ਦੀ ਜੋ ਭਾਵਨਾ ਹੈ ਉਹ ਸੰਗਤ ਵਿੱਚ ਦੱਸਣਾ ਕਰ। ਇਹ ਕਹਿਣ ਲੱਗੀ ਮਹਾਰਾਜ ਸਾਡੇ ਘਰ ਤੋਂ ਜਦੋਂ ਵੀ ਕੋਈ ਸਿੱਖ ਲੰਘਦਾ ਹੈ ਤੇ ਮੈਂ ਉਸ ਨੂੰ ਪ੍ਰਸ਼ਾਦਾ ਪਾਣੀ ਬਣਾ ਕੇ ਛਕਾਉਂਦੀ ਹਾਂ। ਹੁਣ ਮੈਂ ਇੱਥੇ ਤੁਹਾਡੇ ਦਰ ਤੇ ਆਈ ਹਾਂ, ਪਰ ਮੇਰੇ ਮਨ ਵਿੱਚ ਵਿਚਾਰ ਇਹ ਹੈ ਵੀ ਹੁਣ ਉਹਨਾਂ ਸੰਗਤਾਂ ਨੂੰ ਪ੍ਰਸਾਦਾ ਕੌਣ ਛਕਾਉਂਦਾ ਹੋਵੇਗਾ। ਸਤਿਗੁਰੂ ਇਹ ਬਚਨ ਸਰਵਣ ਕਰਦੇ ਪਏ, ਅੱਗੇ ਜਿਵੇਂ ਕਿਰਪਾ ਕਰਨਗੇ ਉਹ ਬਚਨ ਆਪਾਂ ਅੱਜ ਸਰਵਣ ਕਰਾਂਗੇ। ਆਓ ਮਨ ਦੇ ਧਿਆਨ ਨੂੰ ਟਿਕਾਈਏ, ਮਿਲ ਕੇ ਆਖੀਏ ਸਤਿਨਾਮ ਸ੍ਰੀ ਵਾਹਿਗੁਰੂ
ਸਾਹਿਬ ਜੀ। ਸੁਨ ਕਲਗੀਧਰ ਭਏ ਪ੍ਰਸੰਨ। ਸੁਣ ਕੇ ਮਹਾਰਾਜ ਇਸ ਬੀਬੀ ਦਾ ਉੱਤਰ ਵੀ ਇਹ ਸੰਗਤਾਂ ਦੀ ਸੇਵਾ ਕਰਦੀ ਹੈ ਔਰ ਇਸ ਨੂੰ ਗੁਰਬਾਣੀ ਦੇ ਨਾਲ, ਗੁਰੂ ਦੇ ਨਾਲ ਪ੍ਰੇਮ ਹੈ, ਪਿਆਰ ਹੈ। ਇਹ ਬਚਨ ਸੁਣ ਕੇ ਮਹਾਰਾਜ ਬੜੇ ਖੁਸ਼ ਹੋਏ ਹਨ। ਕਹਿਓ ਬਚਨ ਸਿੱਖਣੀ ਤੂੰ ਧਨ। ਸਤਿਗੁਰਾਂ ਨੇ ਬਚਨ ਆਖਿਆ, ਕਹਿਣ ਲੱਗੇ ਆ ਬੀਬੀ ਤੂੰ ਧਨ ਹੈ, ਤੇਰਾ ਇਹ ਜਨਮ ਧਨ ਹੈ, ਤੇਰਾ ਜੀਵਨ ਧਨ ਹੈ, ਜੋ ਤੂੰ ਐਸੀ ਸੇਵਾ ਵਿੱਚ ਲੱਗੀ ਹੋਈ ਹੈ। ਨਹਿਰ ਸਾਹੁਰ ਧਨ ਸੁ ਤੇਰੇ। ਤੇਰੇ ਪੇਕੇ ਵੀ ਧਨ ਹਨ, ਜਿਨ੍ਹਾਂ ਨੇ ਐਸੀ ਬੱਚੀ ਨੂੰ ਪਾਲਿਆ ਹੈ, ਜਨਮ ਦਿੱਤਾ ਹੈ। ਤੇ ਤੇਰੇ ਸਹੁਰੇ ਵੀ ਧਨ ਨੇ, ਜਿਨ੍ਹਾਂ ਨੇ ਤੁਹਾਨੂੰ ਸੇਵਾ ਵਿੱਚ ਲਾਇਆ ਹੈ। ਪੇਕੇ ਵੀ ਧਨ ਨੇ, ਸਹੁਰੇ ਵੀ ਧਨਤਾ ਦੇ ਯੋਗ ਹਨ। ਜਿਸ ਨੇ ਸ਼੍ਰਵਣ ਸੁਣਿਓ ਇੱਕ ਬੇਰੇ। ਤੂੰ ਇੱਕ ਵਾਰੀ ਇਹ ਬਚਨ ਸੰਗਤ ਵਿੱਚ ਸੁਣਿਆ। ਗੁਰਮੁਖੋ, ਜਿਨ੍ਹਾਂ ਨੇ ਮੰਨਣਾ ਹੈ ਨਾ, ਉਹਨਾਂ ਵਾਸਤੇ ਇੱਕ ਬਚਨ ਹੀ ਬੜਾ ਹੈ। ਇੱਕ ਵਾਰੀ ਕਿਸੇ ਸਾਧੂ ਦੇ ਮੂੰਹ ਇਹ ਬਚਨ ਸੁਣਿਆ ਵੀ ਸੇਵਾ ਦਾ ਬੜਾ ਵੱਡਾ ਫਲ ਹੈ। ਇੱਕ ਵਾਰੀ ਬਚਨ ਸੁਣਦਿਆਂ ਤੂੰ ਸੇਵਾ ਵਿੱਚ ਲੱਗ ਗਈ, ਧਨ ਹੈ ਤੇਰਾ ਜੀਵਨ, ਧਨ ਹੈ ਤੇਰੀ ਕਮਾਈ। ਭਗਤ ਕਬੀਰ ਜੀਆਂ ਨੇ ਵੀ ਇੱਕ ਵਾਰੀ ਸੁਣਿਆ ਨਾ। ਰਾਮਾਨੰਦ ਗੁਰੂ ਨੇ ਆਖਿਆ, ਉਠੋ ਰਾਮ ਕੇ ਰਾਮ ਕਹੋ। ਇਹ ਬਚਨ ਇੱਕ ਵਾਰੀ ਆਖਿਆ ਤੇ ਭਗਤ ਕਬੀਰ ਜੀਆਂ ਨੇ ਉਹ ਬਚਨ ਪੱਲੇ ਬੰਨ੍ਹ ਲਿਆ ਇੱਕੋ ਵਾਰੀ ਕਹਿਣ ਦੇ ਨਾਲ। ਫਿਰ ਉਸ ਬਚਨ ਦੀ ਐਸੀ ਕਮਾਈ ਕੀਤੀ, ਵੱਡੀ ਪ੍ਰਸਿੱਧੀ ਨੂੰ ਪ੍ਰਾਪਤ ਕਰ ਗਏ, ਬ੍ਰਹਮ ਗਿਆਨ ਦੀ ਅਵਸਥਾ ਪ੍ਰਾਪਤ ਕਰ ਗਏ। ਜਿਨ੍ਹਾਂ ਨੇ ਬਚਨ ਕਮਾਉਣਾ ਹੈ ਉਹਨਾਂ ਵਾਸਤੇ ਇੱਕ ਵਾਰੀ ਕਿਹਾ ਹੀ ਬਚਨ ਬੜਾ ਹੈ। ਜਿਹਨੇ ਨਹੀਂ ਕਮਾਉਣਾ ਉਹਦੇ ਵਾਸਤੇ ਵਾਰ-ਵਾਰ ਹੈ। ਧੰਨ ਗੁਰੂ ਅਮਰਦਾਸ ਮਹਾਰਾਜ ਜੀਆਂ ਦੇ ਪਿੰਡ ਬਾਸਰ ਕੇ ਨਗਰ ਦੇ ਵਿੱਚ ਇੱਕ ਸਾਧੂ ਮਹਾਰਾਜ ਦੇ ਨਾਲ ਘਰ ਵਿੱਚ ਆ ਗਿਆ। ਇਤਿਹਾਸ ਵਿੱਚ ਆਪਾਂ ਬਚਨ ਸਰਵਣ ਕਰਦੇ ਵੀ ਸਾਰੀ ਰਾਤ ਉਹ ਸਾਧੂ ਦੇ ਨਾਲ ਗੁਰੂ ਅਮਰਦਾਸ ਮਹਾਰਾਜ ਗੱਲਾਂ ਬਾਤਾਂ ਕਰਦੇ ਰਹੇ। ਜਦੋਂ ਕਿਤੇ ਤੜਕੇ ਦਾ ਵੇਲਾ ਹੋਇਆ ਨਾ ਤੇ ਉਹ ਸਾਧੂ ਨੇ ਪੁੱਛਿਆ, ਕਹਿਣ ਲੱਗਾ ਜੀ ਤੁਹਾਡਾ ਗੁਰੂ ਕੌਣ ਹੈ? ਤੇ ਗੁਰੂ ਅਮਰਦਾਸ ਮਹਾਰਾਜ ਨੇ ਜਵਾਬ ਦਿੱਤਾ, ਸਾਡਾ ਤੇ ਗੁਰੂ ਕੋਈ ਹੈ ਹੀ ਨਹੀਂ, ਅਸੀਂ ਤੇ ਗੁਰੂ ਧਾਰਨ ਹੀ ਨਹੀਂ ਕੀਤਾ। ਸਾਧੂ ਨੇ ਬੜਾ ਗੁੱਸਾ ਕੀਤਾ, ਕਹਿਣ ਲੱਗਾ ਮੈਨੂੰ ਨਹੀਂ ਸੀ ਪਤਾ ਵੀ ਤੁਸੀਂ ਨੁਗਰੇ ਹੋ। ਜੇ ਮੈਨੂੰ ਪਤਾ ਹੁੰਦਾ ਮੈਂ ਤੁਹਾਡੇ ਕੋਲ ਕਦੇ ਨਾ ਬਹਿੰਦਾ, ਤੁਹਾਡੇ ਘਰ ਦਾ ਪਾਣੀ ਨਾ ਪੀਂਦਾ। ਤੁਸੀਂ ਤੇ ਮੇਰੇ ਜਪ ਤਪ ਸਾਰੇ ਭ੍ਰਿਸ਼ਟ ਕਰ ਦਿੱਤੇ। ਨਗੁਰੇ ਬੰਦੇ ਦੀ ਸੰਗਤ ਵਿੱਚ ਮੈਂ ਬੈਠਾ ਹਾਂ। ਇੰਨੀ ਗੱਲ ਕਹਿ ਕੇ ਉਹ ਚਲਾ ਗਿਆ। ਪਰ ਉਹ ਬਚਨ ਇੱਕ ਵਾਰੀ ਦਾ ਕਿਹਾ ਗੁਰੂ ਅਮਰਦਾਸ ਮਹਾਰਾਜ ਦੇ ਮਨ ਤੇ ਬੜਾ ਅਸਰ ਕੀਤਾ ਕਿ ਮੈਂ ਤੇ ਵਾਕਿਆ ਹੀ ਨਗੁਰਾ ਹਾਂ। 72 ਸਾਲ 70 ਸਾਲ ਦੀ ਉਮਰ ਹੋ ਗਈ ਹੈ, ਅਜੇ ਤੱਕ ਗੁਰੂ ਹੀ ਨਹੀਂ ਬਣਾਇਆ, ਭਲਾ ਕਿਵੇਂ ਕਰਾਵਾਂਗਾ। ਤੇ ਫਿਰ ਜਦੋਂ ਬਿਧ ਬਣਦੀ ਹੈ ਨਾ, ਬੀਬੀ ਅਮਰੋ ਜੀ ਬਾਣੀ ਪੜ੍ਹਦੇ ਕਰਨੀ, ਕਾਗਦ ਮਨ ਮਸਵਾਣੀ, ਬੁਰਾ ਭਲਾ ਦੋਏ ਲੇਖ ਪਏ। ਬਚਨ ਸੁਣਿਆ, ਪੁੱਛਿਆ ਬਚਨ ਕਿਹਦਾ? ਕਹਿੰਦੇ ਗੁਰੂ ਨਾਨਕ ਦੇਵ ਪਾਤਸ਼ਾਹ। ਹੁਣ ਮੇਰੇ ਪਿਤਾ ਗੁਰੂ ਅੰਗਦ ਦੇਵ ਪਾਤਸ਼ਾਹ ਬੈਠੇ, ਉਹਨਾਂ ਦੀ ਗੱਦੀ ਦਿਓ। ਪਰ ਉਸੇ ਵੇਲੇ ਚੱਲ ਪਿਆ ਬਾਸਰ ਕੇ ਨਗਰ ਤੋਂ ਖਡੂਰ ਸਾਹਿਬ ਆ ਗਏ। ਗੁਰੂ ਧਾਰਨ ਕਰਕੇ ਕਮਾਈ ਕੀਤੀ, ਜਨਮ ਸਫਲਾ ਹੋ ਗਿਆ। ਇਤਿਹਾਸ ਦੀਆਂ ਸਾਖੀਆਂ ਤੁਹਾਡੇ ਸਾਹਮਣੇ ਤਾਂ ਰੱਖੀਆਂ ਨੇ, ਜਿਨ੍ਹਾਂ ਨੇ ਬਚਨ ਮੰਨਣਾ ਹੈ ਉਹਨਾਂ ਨੂੰ ਇੱਕ ਵਾਰੀ ਕਹਿਣ ਦੀ ਲੋੜ ਹੈ। ਜਿਹਨੇ ਨਹੀਂ ਮੰਨਣਾ ਉਹਨੂੰ ਭਾਵੇਂ ਵਾਰ-ਵਾਰ ਕਥਾ ਕਹਾਣੀਆਂ ਸੁਣਾਈ ਚੱਲੀਏ, ਜਿੰਨੇ ਮਰਜ਼ੀ ਦੀਵਾਨ ਲਾਈ ਚੱਲੀਏ, ਜਿੰਨਾ ਮਰਜ਼ੀ ਲਿਖ ਕੇ ਦੇ ਦਈਏ, ਸੁਣਾ ਦਈਏ, ਜਿਹਨੇ ਨਹੀਂ ਮੰਨਣਾ ਉਹਨੇ ਕੋਈ ਅਸਰ ਨਹੀਂ ਕਰਨਾ ਹੈ। ਜਿਹਨੇ ਮੰਨਣਾ ਹੈ ਉਹਦੇ ਵਾਸਤੇ ਇੱਕ ਵਾਰੀ, ਭਗਤ ਕਬੀਰ ਨੂੰ ਗੁਰੂ ਨੇ ਇੱਕ ਵਾਰੀ ਆਖਿਆ ਰਾਮ ਕੇ ਰਾਮ ਕਹੋ, ਵਾਕਿਆ ਹੀ ਫਿਰ ਕਹਿ ਕੇ ਵਿਖਾਇਆ। ਗੁਰੂ ਅਮਰਦਾਸ ਮਹਾਰਾਜ ਨੂੰ ਇੱਕ ਵਾਰੀ ਸਾਧੂ ਨੇ ਆਖਿਆ ਤੁਹਾਡਾ ਤੇ ਗੁਰੂ ਹੀ ਕੋਈ ਨਹੀਂ ਹੈ, ਤੁਸੀਂ ਤੇ ਨਗੁਰੇ ਹੋ। ਇੱਕ ਵਾਰੀ ਬਚਨ ਹੋਇਆ, ਕਹਿੰਦੇ ਹੁਣ ਗੁਰੂ ਧਾਰਨ ਕਰਕੇ ਹੀ ਕਮਾਈ ਕਰਾਂਗੇ। ਗੁਰੂ ਵੀ ਧਾਰਨ ਕੀਤਾ, ਕਮਾਈ ਵੀ ਕੀਤੀ, ਬਚਨ ਆ ਗਿਆ ਭੱਲੇ ਅਮਰਦਾਸ ਗੁਣ ਤੇਰੇ, ਤੇਰੀ ਉਪਮਾ ਤੋਹੇ ਬਣਿਆ ਵੇ। ਐਸੀ ਵਡਿਆਈ। ਬਚਨ ਇਹ ਹੈ ਜਿਹਨੇ ਕਮਾਉਣਾ ਹੈ ਉਹਨੇ ਇੱਕ ਵਾਰੀ ਕਹਿਣ ਤੇ ਕਮਾ ਲੈਣਾ, ਜਿਹਨੇ ਨਹੀਂ ਕਮਾਉਣਾ
ਉਹਨੇ ਵਾਰ-ਵਾਰ ਸੁਣ ਕੇ ਵੀ ਨਹੀਂ ਕਮਾਉਣਾ। ਮਹਾਰਾਜ ਕਹਿਣ ਲੱਗੇ ਬੀਬੀ ਤੂੰ ਧਨ ਹੈ। ਪੇਕੇ ਸਹੁਰੇ ਘਰ ਦੇ ਵਿੱਚ ਇੱਕ ਵਾਰੀ ਕਿਤੇ ਸੁਣਿਆ ਕਿਸੇ ਸਾਧੂ ਦੇ ਕੋਲੋਂ ਵੀ ਸੇਵਾ ਕਰਨੀ ਚਾਹੀਦੀ ਹੈ ਤੇ ਤੂੰ ਦਿਨੇ ਰਾਤ ਸੇਵਾ ਵਿੱਚ ਲੱਗੀ ਹੋਈ ਹੈ। ਧਰਿਓ ਸਿਦਕ ਸੇਵਨ ਸਿੱਖ ਸੰਤ, ਤੇ ਤੂੰ ਬੜਾ ਸਿਦਕ ਰੱਖ ਕੇ ਤੇ ਸਾਧੂਆਂ ਤੇ ਸੰਤਾਂ ਸਿੱਖਾਂ ਦੀ ਸੇਵਾ ਕੀਤੀ ਹੈ। ਤਥਾ ਸਿਦਕ ਰਾਖਿਓ ਵਿੱਚ ਕੰਤ, ਤੇ ਜਿਵੇਂ ਤੂੰ ਸੇਵਾ ਕੀਤੀ ਹੈ ਉਵੇਂ ਤੂੰ ਆਪਣੇ ਪਤੀ ਦੀ ਸੇਵਾ ਵੀ ਕੀਤੀ ਹੈ। ਭਾਵਨਾ ਦੇ ਨਾਲ ਐਸਾ ਤੂੰ ਜੀਵਨ ਕਮਾਇਆ ਹੈ। ਹਮ ਭੀ ਤੁਝ ਪਰ ਭੇਟ ਚੜਾਵੇਂ, ਸਤਿਗੁਰੂ ਪਾਤਸ਼ਾਹ ਕਹਿੰਦੇ ਅਸੀਂ ਵੀ ਤੈਨੂੰ ਕੁਝ ਭੇਟਾ ਕਰਾਂਗੇ। ਹੁਣ ਤੂੰ ਇੰਨੀ ਕਮਾਈ ਕੀਤੀ ਹੈ, ਆਪਣੇ ਸਹੁਰੇ ਪਰਿਵਾਰ ਦੀ, ਆਪਣੇ ਪਤੀ ਦੀ ਸੇਵਾ ਕੀਤੀ ਹੈ, ਸਾਧੂ ਸੰਤਾਂ ਦੀ ਸੇਵਾ ਕੀਤੀ ਹੈ। ਹੁਣ ਤੈਨੂੰ ਅਸੀਂ ਵੀ ਕੁਝ ਆਪਣੇ ਵੱਲੋਂ ਭੇਟਾ ਜਿਹੜੀ ਹੈ ਉਹ ਦੇਣਾ ਕਰਾਂਗੇ। ਪਰ ਭਰਤਾ ਤੇਰਾ ਜਵੇ ਆਵੇ, ਪਰ ਮਹਾਰਾਜ ਕਹਿੰਦੇ ਭੇਟਾ ਦੇਵਾਂਗੇ ਉਦੋਂ ਜਦੋਂ ਤੇਰਾ ਪਤੀ ਨਾਲ ਆਵੇਗਾ। ਹੁਣ ਤੂੰ ਇਕੱਲੀ ਆਈ ਹੈ ਨਾ ਦੀਵਾਨ ਦੇ ਵਿੱਚ ਇੱਥੇ ਸਾਡੇ ਕੋਲ, ਹੁਣ ਨਹੀਂ। ਜਦੋਂ ਤੇਰਾ ਪਤੀ ਨਾਲ ਆਵੇਗਾ ਨਾ ਉਦੋਂ ਫਿਰ ਤੈਨੂੰ ਅਸੀਂ ਬਖਸ਼ਿਸ਼ ਕਰਾਂਗੇ। ਇਹ ਬਚਨ ਕੀਤੇ ਹਨ। ਹੇ ਦੇਵੀ ਅਬ ਕਰੋ ਪਿਆਨਾ, ਮਹਾਰਾਜ ਕਹਿਣ ਲੱਗੇ ਹੇ ਦੇਵੀ, ਹੇ ਬੀਬੀ ਹੁਣ ਤੂੰ ਜਾ, ਜਿੱਥੇ ਤੇਰਾ ਟਿਕਾਣਾ ਹੈ, ਜਿੱਥੇ ਤੁਸੀਂ ਰਹਿਣ ਵਾਸਤੇ ਆਪਣੀ ਜਗ੍ਹਾ ਬਣਾਈ ਹੈ ਨਾ, ਜਿੱਥੇ ਸੰਗਤਾਂ ਟਿਕੀਆਂ ਹੋਈਆਂ, ਤੂੰ ਹੁਣ ਉੱਥੇ ਜਾਣਾ ਕਰ। ਭਈ ਭਾਵਨੀ ਪੂਰ ਮਹਾਨਾ, ਤੇਰੀ ਭਾਵਨਾ ਪੂਰੀ ਹੋਈ ਹੈ, ਤੇਰੀ ਸ਼ਰਧਾ, ਤੇਰੀ ਸੇਵਾ ਲਿਖੇ ਲੱਗੀ ਹੈ। ਕਰ ਸੇਵਾ ਘਰ ਹੀ ਮੈਂ ਰਹੋ, ਤੇ ਇਸ ਤਰ੍ਹਾਂ ਆਪਣੇ ਘਰ ਵਿੱਚ ਰਹਿ ਕੇ ਤੇ ਇਸੇ ਤਰ੍ਹਾਂ ਸੇਵਾ ਬਰਕਰਾਰ ਰੱਖਣੀ, ਇਸੇ ਤਰ੍ਹਾਂ ਸੇਵਾ ਕਰਨੀ ਹੈ। ਰਾਹ ਮਿਲਣ ਗੁਰ ਕੋ ਸੋ ਲਹੋ, ਇਸ ਕਰਕੇ ਗੁਰੂ ਨੂੰ ਮਿਲਣ ਦਾ ਜਿਹੜਾ ਰਾਹ ਹੈ ਨਾ ਉਹ ਪ੍ਰਾਪਤ ਕਰੋ। ਸੇਵਾ ਕਰਤ ਹੋਏ ਨਿਹਕਾਮੀ ਤਿਸ ਕੋ ਹੋਤ, ਪ੍ਰਾਪਤ ਸੁਆਮੀ। ਇਹ ਰਾਹ ਹੈ ਮੁਕਤ ਹੋਣ ਦਾ। ਸਤਿਗੁਰੂ ਕਹਿੰਦੇ ਇਹਦੀ ਕਮਾਈ ਕਰਨਾ ਕਰੋ। ਸੁਣ ਕਰ ਨਿਜ ਡੇਰੇ ਮਹਿ ਗਈ, ਸੁਣ ਕੇ ਮਹਾਰਾਜ ਦੇ ਬਚਨੇ ਜਿਹੜੀ ਸਿੱਖ ਬੀਬੀ ਆ ਨਾ ਆਪਣੇ ਡੇਰੇ ਦੇ ਵਿੱਚ, ਸੰਗਤਾਂ ਆਈਆਂ ਨਾ ਨਗਰ ਦੇ ਵਿੱਚੋਂ, ਇਲਾਕੇ ਵਿੱਚੋਂ, ਤੇ ਆਨੰਦਪੁਰ ਸਾਹਿਬ ਦੇ ਵਿੱਚ ਜਗ੍ਹਾ ਮਿਲੀ ਇਹਨਾਂ ਨੂੰ ਰਹਿਣ ਵਾਸਤੇ। ਕਿਤੇ ਤੰਬੂ ਲੱਗਾ ਹੋਵੇਗਾ। ਜਦੋਂ ਆਪਾਂ ਮੇਲੇ ਜਾਂਦੇ ਆ 2-4 ਦਿਨ ਵਾਸਤੇ ਰਹਿੰਦੇ ਆ ਤੇ ਆਪਣਾ ਟਿਕਾਣਾ ਬਣਾ ਲਈਦਾ ਨਾ। ਹੁਣ ਤਾਂ ਚਲੋ ਮੰਨ ਲਓ ਪੱਕੀਆਂ ਸਰਾਂ ਬਣ ਗਈਆਂ, ਸਰਾਂ ਦੇ ਵਿੱਚ ਕਮਰਾ ਲੈ ਲਈਦਾ। ਉਦੋਂ ਐਸਾ ਪ੍ਰਬੰਧ ਨਹੀਂ ਹੋਵੇਗਾ, ਤੰਬੂ ਵਗੈਰਾ ਲੱਗਦੇ ਹੋਣਗੇ। ਜਿੱਥੇ ਇਹਨਾਂ ਦਾ ਤੰਬੂ ਲੱਗਾ, ਟਿਕਾਣਾ ਮਿਲਿਆ, ਕਹਿਣ ਲੱਗੇ ਵੀ ਉੱਥੇ ਜਾ ਕੇ ਬੀਬੀ ਨੇ ਪਹੁੰਚਣਾ ਕੀਤਾ ਹੈ। ਭਰਤਾ ਸਾਥ ਬਾਤ ਕਹਿ ਦਈ, ਤੇ ਪਤੀ ਇਹਦਾ ਉੱਥੇ ਤੰਬੂ ਦੇ ਵਿੱਚ ਜਿੱਥੇ ਡੇਰਾ ਲਾਇਆ ਸੀ ਉੱਥੇ ਹੈ। ਤੇ ਸਾਰੀ ਗੱਲ ਜਾ ਕੇ ਇਹਨੇ ਦੱਸੀ ਹੈ ਵੀ ਮਹਾਰਾਜ ਜੀਆਂ ਨੇ ਬਚਨ ਆਖਿਆ ਵੀ ਤੇਰੇ ਤੇ ਬਖਸ਼ਿਸ਼ ਕਰਨੀ ਹੈ, ਪਰ ਬਖਸ਼ਿਸ਼ ਉਦੋਂ ਕਰਨੀ ਹੈ ਜਦੋਂ ਪਤੀ ਦੇ ਨਾਲ ਆਵੇਂਗੀ। ਇਹ ਸਾਰੀ ਗੱਲਬਾਤ ਇਹਨੇ ਆਪਣੇ ਪਤੀ ਨੂੰ ਦੱਸੀ ਹੈ। ਉੱਥੇ ਪ੍ਰਭੂ ਦਰਸ਼ਨ ਦੇ ਗਏ, ਅਤੇ ਇਸ ਤਰ੍ਹਾਂ ਸਤਿਗੁਰੂ ਜੀ ਇਹ ਬਚਨ ਕਰਕੇ ਦਰਸ਼ਨ ਦੇ ਕੇ ਆਪਣੇ ਮਹਿਲਾਂ ਨੂੰ ਚਲੇ ਗਏ ਹਨ। ਅਪਰ ਸਕਲ ਨਿਜ ਨਿਜ ਥਲ ਭਏ, ਬਾਕੀ ਵੀ ਸਾਰੀਆਂ ਸੰਗਤਾਂ ਉੱਠ ਕੇ ਦੀਵਾਨ ਦੇ ਵਿੱਚੋਂ ਪ੍ਰਸ਼ਾਦਾ ਪਾਣੀ ਛਕਿਆ, ਆਪੋ ਆਪਣੇ ਡੇਰੇ ਜਿੱਥੇ ਕਿਸੇ ਜਗ੍ਹਾ ਮਿਲੀ ਆ ਉੱਥੇ ਰਹਿਣ ਵਾਸਤੇ ਚਲੇ ਗਏ। ਸੁਪਤ ਹੋਏ ਕਰਨਿਸਾ ਬਿਤਾਈ, ਇਸ ਤਰ੍ਹਾਂ ਸਾਰੀ ਸੰਗਤ ਨੇ ਸੌਂ ਕੇ ਆਨੰਦਪੁਰ ਸਾਹਿਬ ਦੇ ਵਿੱਚ ਰਾਤ ਬਤੀਤ ਕੀਤੀ ਹੈ। ਭਈ ਪ੍ਰਾਤ ਪੁਨ ਸਭਾ ਲਗਾਈ, ਤੇ ਜਦੋਂ ਅਗਲਾ ਦਿਨ ਚੜਿਆ ਨਾ, ਅਗਲੀ ਸਵੇਰ ਹੋਈ, ਅੰਮ੍ਰਿਤ ਵੇਲਾ ਹੋਇਆ, ਤੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਦਾ ਬੜਾ ਸੋਹਣਾ ਦੀਵਾਨ ਸਜਿਆ ਹੈ। ਪਤ ਕੋ ਸੰਗ ਲੀਨ ਤਿਨ ਤਹ ਨਾਰੀ, ਜਿਹੜਾ ਮਹਾਰਾਜ ਨੇ ਬਚਨ ਕੀਤਾ ਸੀ ਨਾ ਉਸ ਸਿੱਖ ਬੀਬੀ ਨੂੰ ਵੀ ਤੇਰੇ ਤੇ ਬਖਸ਼ਿਸ਼ ਕਰਨੀ ਹੈ, ਤੈਨੂੰ ਕੁਝ ਭੇਟਾ ਦੇਣੀ ਹੈ, ਪਰ ਭੇਟਾ ਉਦੋਂ ਦੇਵਾਂਗੇ ਜਦੋਂ ਪਤੀ ਦੇ ਨਾਲ ਆਵੇਂਗੀ। ਅਗਲੇ ਦਿਨ ਦਾ ਸਵੇਰ ਵੇਲਾ ਹੋਇਆ, ਦੀਵਾਨ ਸਜਿਆ ਤੇ ਬੀਬੀ ਆਪਣੇ ਪਤੀ ਦੇ ਨਾਲ ਜਿੱਥੇ ਸਤਿਗੁਰੂ ਬੈਠੇ ਦੀਵਾਨ ਦੇ ਵਿੱਚ ਉੱਥੇ ਪਹੁੰਚੀ ਹੈ। ਖਰੀ ਭਈ ਸੋ ਗੁਰੂ ਅਗਾਰੀ, ਤੇ ਆ ਕੇ ਇਹਨੇ ਸਤਿਗੁਰਾਂ ਨੂੰ ਮੱਥਾ ਟੇਕਿਆ, ਕਿਉਂਕਿ ਥੋੜਾ ਸਮਾਂ ਪਹਿਲਾਂ ਹੀ ਬਚਨ ਹੋਏ ਸਨ ਵੀ ਤੇਰੇ ਤੇ ਬਖਸ਼ਿਸ਼ ਕਰਾਂਗੇ। ਤੇ ਉਹਨਾਂ ਬਚਨਾਂ ਨੂੰ ਚੇਤੇ ਕਰਕੇ ਇਸ ਬੀਬੀ ਨੇ ਆ ਕੇ ਸਤਿਗੁਰਾਂ ਨੂੰ ਮੱਥਾ ਟੇਕਿਆ ਤੇ ਮਹਾਰਾਜ ਦੇ ਸਾਹਮਣੇ ਖੜੀ ਹੋ ਗਈ ਹੈ। ਸ੍ਰੀ ਮੁਖ ਤੇ ਬੂਝਿਓ ਤਿਸ ਬੇਰੀ, ਤੇ ਸਤਿਗੁਰਾਂ ਨੂੰ ਬਚਨ ਚੇਤੇ ਆ ਗਿਆ ਵੀ ਕੱਲ ਇਹਦੇ ਨਾਲ ਬਚਨ ਕੀਤਾ ਸੀ। ਉਹ ਕੱਲ ਵਾਲੀ ਗੱਲ ਯਾਦ ਕਰਕੇ ਤੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਫਿਰ ਪੁੱਛਿਆ। ਸਤਿਗੁਰੂ ਕਹਿਣ ਲੱਗੇ ਹਨ, ਸਿੱਖਣੀਏ ਸਿੱਖਣੀ ਕਿਸ ਕੇਰੀ, ਸਤਿਗੁਰੂ ਕਹਿਣ ਲੱਗੇ ਐ ਸਿੱਖਣੀਏ ਤੂੰ ਇਹ ਦੱਸ ਵੀ ਤੂੰ ਕਿਹਦੀ ਸਿੱਖਣੀ ਹੈ। ਸਵਾਲ ਕੀਤਾ ਮਹਾਰਾਜ ਨੇ ਉਹ ਸਿੱਖ ਬੀਬੀ ਨੂੰ, ਤੂੰ ਵੀ ਕਿਸ ਦੀ ਸਿੱਖਣੀ ਹੈ।
ਇਹ ਬਚਨ ਸਾਨੂੰ ਦੱਸਣਾ ਕਰ। ਸ਼ਰਮਾਵਤ ਪੁਨ ਨਾਰ ਉਬਾਚੇ। ਇਹ ਜਿਹੜੀ ਇਸਤਰੀ ਹੈ ਨਾ, ਇਹਨੇ ਸੁਣਿਆ ਬਚਨ ਬੀਬੀ ਨੇ, ਥੋੜੀ ਜੀ ਸ਼ਰਮ ਆਈ ਹੈ, ਲੱਜਾ ਆਈ ਹੈ ਵੀ ਮਹਾਰਾਜ ਨੇ ਇਹ ਕੀ ਪੁੱਛ ਲਿਆ ਹੈ ਵੀ ਮੈਂ ਕਿਹਦੀ ਸਿੱਖਣੀ ਹਾਂ। ਤੇ ਫਿਰ ਉਸ ਵੇਲੇ ਇਸ ਬੀਬੀ ਨੇ ਸਤਿਗੁਰਾਂ ਨੂੰ ਉੱਤਰ ਦਿੱਤਾ ਹੈ, ਸੁਣੀਏ ਹੈ ਪਾਤਸ਼ਾਹੋ ਪ੍ਰਭ ਸਾਚੇ। ਸਤਿਗੁਰੂ ਜੀ ਆਪ ਜੀ ਸੱਚੇ ਪਾਤਸ਼ਾਹ ਹੋ, ਤੇ ਮੈਂ ਫਿਰ ਤੁਹਾਡੇ ਚਰਨਾਂ ਵਿੱਚ ਬੇਨਤੀ ਕਰਦੀ, ਜੋ ਤੁਸੀਂ ਸਵਾਲ ਕੀਤਾ ਨਾ ਵੀ ਮੈਂ ਸਿੱਖਣੀ ਕਿਹਦੀ ਆ, ਤੇ ਉਹ ਸਵਾਲ ਦਾ ਜਿਹੜਾ ਜਵਾਬ ਤੁਸੀਂ ਮੇਰੇ ਕੋਲੋਂ ਪੁੱਛਦੇ ਹੋ, ਜੇਕਰ ਗੁਰ ਹੋਵਤ ਅਨਜਾਨ। ਮਹਾਰਾਜ ਮੈਂ ਜਵਾਬ ਤੇ ਤਾਂ ਦੇਵਾਂ ਨਾ ਜੇ ਗੁਰੂ ਅਣਜਾਣ ਹੋਵੇ। ਮੰਨ ਲਓ ਵੀ ਗੁਰੂ ਨੂੰ ਨਾ ਪਤਾ ਹੋਵੇ, ਜੇ ਗੁਰੂ ਅੰਤਰਜਾਮੀ ਨਾ ਹੋਵੇ, ਗੁਰੂ ਮਨ ਦੀਆਂ ਗੱਲਾਂ ਨਾ ਜਾਣਦਾ ਹੋਵੇ, ਫਿਰ ਤੇ ਮਹਾਰਾਜ ਮੈਂ ਦੱਸਾਂ। ਤੇ ਪਰ ਮਹਾਰਾਜ ਤੁਸੀਂ ਤੇ ਸਾਰਾ ਕੁਝ ਹੀ ਜਾਣਦੇ ਹੋ, ਮਨ ਦੀਆਂ ਗੱਲਾਂ ਵੀ ਜਾਣਦੇ ਹੋ, ਪਰਿਵਾਰ ਦੀਆਂ ਗੱਲਾਂ ਵੀ ਜਾਣਦੇ ਹੋ, ਘਟ ਘਟ ਕੇ ਅੰਤਰ ਕੀ ਜਾਣਤ ਹੋ। ਸਤਿਗੁਰੂ ਜਦੋਂ ਆਪ ਸਭ ਕੁਝ ਜਾਣਦੇ ਹੋ, ਤੇ ਫਿਰ ਇਹ ਸਵਾਲ ਦਾ ਜਵਾਬ ਮੈਂ ਕਿਵੇਂ ਦੇਵਾਂ ਵੀ ਮੈਂ ਕਿਸ ਦੀ ਸਿੱਖਣੀ ਹਾਂ। ਤੋ ਬਤਾਵ ਵੇ ਹੇਤ ਬਖਾਨ। ਪਰ ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਫਿਰ ਵੀ ਜੇ ਤੁਸੀਂ ਪੁੱਛਦੇ ਹੋ ਤੇ ਦੱਸਣ ਵਾਸਤੇ ਉਸ ਵੇਲੇ ਸੰਗਤ ਸੁਨਤ ਭਨਿਓ ਤਿਸ ਬੇਰੀ। ਅਤੇ ਮਹਾਰਾਜ ਸਾਹਿਬ ਜੀ ਉਸ ਵੇਲੇ ਸੁਣਦੇ ਪਏ, ਸਾਰੀ ਸੰਗਤ ਨੂੰ ਸੁਣਾ ਕੇ ਤੇ ਸਤਿਗੁਰਾਂ ਨੇ ਫਿਰ ਅੱਗੋਂ ਆਖਿਆ, ਬੀਬੀ ਨੇ ਜਵਾਬ ਦਿੱਤਾ ਨਾ ਮਹਾਰਾਜ ਜੇ ਤੁਸੀਂ ਅਣਜਾਣ ਹੋਵੋ ਤੇ ਤਾਂ ਹੀ ਮੈਂ ਦੱਸਾਂ ਨਾ ਵੀ ਸਿੱਖਣੀ ਕਿਹਦੀ ਆ, ਪਰ ਤੁਸੀਂ ਤੇ ਜਾਣੀ ਜਾਣ ਹੋ ਤੇ ਦੱਸਣਾ ਕੀ ਦੱਸਾਂ ਮੈਂ ਇਹਦੇ ਬਾਰੇ। ਤੇ ਬਚਨ ਸੁਣ ਕੇ ਸਤਿਗੁਰਾਂ ਨੇ ਫਿਰ ਸਾਰੀ ਸੰਗਤ ਵਿੱਚ ਫਿਰ ਪੁੱਛਿਆ ਹੈ, ਕਉ ਸਿਖਾ ਸਿੱਖਣੀ ਇਹ ਤੇਰੀ। ਮਹਾਰਾਜ ਨੇ ਉਹਦੇ ਪਤੀ ਨੂੰ ਪੁੱਛ ਲਿਆ, ਨਾਲ ਆਇਆ ਸੀ ਨਾ। ਸਤਿਗੁਰੂ ਕਹਿਣ ਲੱਗੇ, ਭਾਈ ਸਿੱਖਾ ਇਹ ਦੱਸ ਵੀ ਇਹ ਸਿੱਖਣੀ ਤੇਰੀ ਹੈ। ਕਹਿਣ ਤੋਂ ਭਾਵ ਵੀ ਇਹ ਤੇਰੀ ਪਤਨੀ ਹੈ, ਦੱਸ ਵੀ ਇਹ ਤੇਰੀ ਪਤਨੀ ਹੈ ਜਾਂ ਤੇਰੀ ਸਿੱਖਣੀ ਹੈ। ਮਹਾਰਾਜ ਨੇ ਉਹਦੇ ਪਤੀ ਤੋਂ, ਘਰ ਵਾਲੇ ਤੋਂ ਇਹ ਗੱਲ ਪੁੱਛੀ ਹੈ। ਸਿੱਖ ਬਾਕ ਦੋਹਰਾ ਤਨ ਮਨ ਧਨ ਗੁਰ ਕੋ ਸਵੈ ਮਮਤਾ ਛੋਡੀ ਦੂਰ। ਸਿੱਖ ਨੇ ਜਵਾਬ ਦਿੱਤਾ, ਮਹਾਰਾਜ ਸਾਡਾ ਮਨ ਵੀ ਤੁਹਾਡਾ, ਸਾਡਾ ਧਨ ਵੀ ਤੁਹਾਡਾ, ਤੇ ਸਾਡਾ ਤਨ ਵੀ ਤੁਹਾਡਾ ਹੀ ਹੈ। ਅਸੀਂ ਮਨ ਕਰਕੇ, ਤਨ ਕਰਕੇ, ਧਨ ਕਰਕੇ ਤੁਹਾਡੇ ਸਿੱਖ ਹਾਂ। ਤੇ ਦੂਜੀ ਗੱਲ ਇਹ ਹੈ ਮਹਾਰਾਜ ਵੀ ਮਮਤਾ ਜਿਹੜੀ ਹੈ ਨਾ, ਮੋਹ, ਇਹ ਅਸੀਂ ਦੂਰ ਛੱਡ ਦਿੱਤਾ। ਮੋਹ ਕੋਈ ਨਹੀਂ ਰਹਿ ਗਿਆ ਸਾਡੇ ਵਿੱਚ, ਮੋਹ ਮਮਤਾ ਨਹੀਂ ਹੈ। ਨਾ ਤਨ ਦਾ ਮੋਹ ਰਹਿ ਗਿਆ, ਨਾ ਧਨ ਦਾ ਮੋਹ ਰਹਿ ਗਿਆ, ਨਾ ਮਨ ਦਾ ਮੋਹ ਰਹਿ ਗਿਆ ਹੈ। ਇਹ ਤਨ ਮਨ ਦਾ ਮੋਹ ਅਸੀਂ ਛੱਡ ਦਿੱਤਾ ਹੈ ਤੇ ਤਨ ਮਨ ਧਨ ਤੁਹਾਨੂੰ ਅਰਪਣ ਕਰ ਦਿੱਤਾ ਹੈ। ਸਤਿਗੁਰੂ ਜੀਆਂ ਦਾ ਬਚਨ ਹੈ। ਮਹਾਰਾਜ ਕਹਿਣ ਲੱਗੇ ਕਿ ਗੁਰੂ ਦੇ ਅੱਗੇ ਤਨ ਮਨ ਜਿੱਥੇ ਭੇਟ ਕਰਨਾ ਹੈ, ਹੁਕਮ ਮੰਨਿਆ ਹੋਏ ਪ੍ਰਵਾਨ, ਉਥੇ ਨਾਲ ਗੁਰੂ ਦਾ ਬਚਨ ਵੀ ਮੰਨਣਾ ਹੈ। ਪ੍ਰਵਾਨਗੀ ਤਾਂ ਹੈ, ਤਨ ਮਨ ਧਨ ਸਭ ਸੌਂਪ ਗੁਰ ਕੋ ਹੁਕਮ ਮੰਨਿਆ ਪਾਈਐ। ਜੇ ਮੰਨ ਲਓ ਤਨ ਭੇਟ ਕੀਤਾ, ਮਨ ਭੇਟ ਕੀਤਾ, ਧਨ ਭੇਟ ਕਰ ਦਿੱਤਾ, ਪਰ ਹੁਕਮ ਨਹੀਂ ਨਾ ਮੰਨਿਆ, ਤੇ ਫਿਰ ਉਹ ਤਨ ਮਨ ਭੇਟ ਕਰਨ ਦੇ ਨਾਲ ਵੀ ਪ੍ਰਾਪਤੀ ਨਹੀਂ ਹੈ। ਜਿੱਥੇ ਤਨ ਮਨ ਭੇਟ ਕੀਤਾ ਉਥੇ ਨਾਲ ਗੁਰੂ ਦਾ ਹੁਕਮ ਮੰਨਣਾ ਪਵੇਗਾ, ਬਚਨ ਮੰਨਣਾ ਪਵੇਗਾ। ਸਤਿਗੁਰੂ ਕਹਿਣ ਲੱਗੇ ਬਚਨ ਮੰਨੇਗਾ ਤਾਂ ਪਾਈਐ, ਤਾਂ ਫਿਰ ਤੈਨੂੰ ਪ੍ਰਾਪਤੀ ਹੋਣੀ। ਸਿੱਖ ਨੇ ਜਵਾਬ ਵੀ ਉਹੀ ਦਿੱਤਾ, ਕਹਿਣ ਲੱਗਾ ਮਹਾਰਾਜ ਤਨ ਮਨ ਧਨ ਇਹ ਸਾਰਾ ਕੁਝ ਅਸੀਂ ਤੁਹਾਨੂੰ ਸੌਂਪ ਦਿੱਤਾ ਹੈ, ਅਤੇ ਮਮਤਾ ਮੋਹ ਵੀ ਅਸੀਂ ਛੱਡ ਦਿੱਤਾ ਹੈ। ਦੇਹ ਸੰਜੋਗੀ ਨਾਰ ਹੈ ਸਿੱਖ ਸਿੱਖਣੀ ਗੁਰ ਧੂਰ। ਸਤਿਗੁਰੂ ਪਾਤਸ਼ਾਹ ਜੀ ਦੇਹ ਦੇ ਸੰਜੋਗ ਕਰਕੇ ਇਹ ਮੇਰੀ ਪਤਨੀ ਹੈ, ਵੀ ਐਸ ਜਨਮ ਦੇ ਵਿੱਚ ਸਾਡਾ ਪਤੀ ਪਤਨੀ ਦਾ ਰਿਸ਼ਤਾ ਬਣਿਆ ਹੈ। ਜੇ ਤੇ ਇਸ ਦੇਹ ਦੀ ਸਰੀਰ ਦੀ ਗੱਲ ਕਰੀਏ ਤੇ ਸਰੀਰ ਕਰਕੇ ਇਸ ਜਨਮ ਦੇ ਵਿੱਚ ਮੇਰੀ ਪਤਨੀ ਹੈ, ਪਰ ਮਹਾਰਾਜ ਅਸੀਂ ਦੋਨੇ ਜਾਣੇ ਹਾਂ ਤੁਹਾਡੇ ਚਰਨਾਂ ਦੀ ਧੂੜ ਹੀ ਹਾਂ। ਮੈਂ ਵੀ ਤੁਹਾਡੇ ਚਰਨਾਂ ਦੀ ਧੂੜ ਹਾਂ, ਇਹ ਵੀ ਤੁਹਾਡੇ ਚਰਨਾਂ ਦੀ ਧੂੜ ਹੈ। ਅਸੀਂ ਮੋਹ ਮਮਤਾ ਨੂੰ ਛੱਡ ਚੁੱਕੇ ਹਾਂ। ਇਸ ਅਵਸਥਾ ਤੋਂ ਤੁਹਾਡੀ ਕਿਰਪਾ ਨਾਲ ਅਸੀਂ ਉੱਤੇ ਚਲੇ ਗਏ ਹਾਂ, ਪਰ ਸੰਸਾਰ ਦੇ ਇੱਕ ਰਿਸ਼ਤੇ ਕਰਕੇ ਅਸੀਂ ਪਤੀ ਪਤਨੀ ਜ਼ਰੂਰ ਹਾਂ, ਪਰ ਮਹਾਰਾਜ ਹਾਂ ਅਸੀਂ ਤੁਹਾਡੇ ਚਰਨਾਂ ਦੀ ਧੂੜ। ਇਹ ਉਸ ਬੀਬੀ ਦੇ ਪਤੀ ਨੇ ਸਤਿਗੁਰਾਂ ਨੂੰ ਉੱਤਰ ਦਿੱਤਾ ਹੈ। ਚੌਪਈ ਸ਼੍ਰੀ ਮੁਖ ਤੇ ਫੁਰਮਾਵਨ ਕੀਨਾ। ਸਤਿਗੁਰਾਂ ਨੇ ਸੁਣੇ ਬਚਨ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਫਿਰ ਕਹਿਣ ਲੱਗੇ ਹਨ, ਸੁਨ ਸਿਖਾ ਤੂੰ ਅਦਕ ਪ੍ਰਵੀਨ। ਮਹਾਰਾਜ ਕਹਿਣ ਲੱਗੇ ਸਿੱਖਾ ਤੂੰ ਹੈ ਤੇ ਬੜਾ ਸਿਆਣਾ, ਬੜੀ ਸਿਆਣੀ ਗੱਲ ਕਹੀ ਹੈ, ਬੜਾ ਸਿਆਣਾ ਤੂੰ ਜਵਾਬ ਦਿੱਤਾ ਹੈ।
ਉੱਤਰ ਦਿੱਤਾ ਹੈ ਤੂੰ ਬਹੁਤ ਸਿਆਣਾ ਹੈ, ਨਹਿ ਪ੍ਰੰਤ ਤੋ ਕਉ ਸੁਧ ਪਰ ਹੋਈ। ਗੱਲ ਇਹ ਆ ਵੀ ਤੈਨੂੰ ਅਸਲ ਵਿੱਚ ਖਬਰ ਨਹੀਂ ਹੈ, ਤੈਨੂੰ ਸਮਝ ਨਹੀਂ ਹੈ। ਉੱਤਰ ਤੇ ਚੰਗਾ ਦਿੱਤਾ ਹੈ, ਪਰ ਜਿਹੜੀ ਵਿੱਚ ਇਹਦੇ ਕਹਾਣੀ ਹੈ ਨਾ, ਉਹਦੇ ਬਾਰੇ ਤੈਨੂੰ ਸੁੱਧ ਕੋਈ ਨਹੀਂ ਹੋਏ ਹੈ। ਜਾਹੇਗੀ ਸੁਣੀਐ ਸੋਈ। ਤੇ ਪਰ ਮਹਾਰਾਜ ਕਹਿਣ ਲੱਗੇ ਵੀ ਤੈਨੂੰ ਖਬਰ ਅਸੀਂ ਕਰਾ ਦਿੰਨੇ ਆ, ਤੈਨੂੰ ਪਤਾ ਨਹੀਂ ਹੈ ਪਰ ਫਿਰ ਵੀ ਅਸੀਂ ਤੈਨੂੰ ਖਬਰ ਕਰਾ ਦਿੰਨੇ ਆ। ਤੈਨੂੰ ਖਬਰ ਨਹੀਂ, ਜਵਾਬ ਤੇਰਾ ਚੰਗਾ ਸੀ, ਪਰ ਇਹਦੇ ਪਿੱਛੇ ਇੱਕ ਰਾਜ ਹੈ, ਉਹਦੇ ਬਾਰੇ ਤੈਨੂੰ ਪਤਾ ਨਹੀਂ ਹੈ। ਪ੍ਰਥਮ ਜਨਮ ਕੋ ਭਗਤ ਕਬੀਰ। ਕਹਿਣ ਲੱਗੇ ਭਾਈ ਤੂੰ ਪਿਛਲੇ ਜਨਮ ਦੇ ਵਿੱਚ ਇੱਕ ਭਗਤ ਸੀਗਾ ਰੱਬ ਦਾ। ਇੱਕ ਤੇ ਜਨਮ ਤੇਰਾ ਇਹ ਮਿਲਿਆ ਨਾ ਵੀ ਤੂੰ ਸਾਡਾ ਸਿੱਖ ਬਣਿਆ ਤੇ ਹੁਣ ਸਾਡੇ ਕੋਲ ਆਇਆ। ਤੈਨੂੰ ਅਸੀਂ ਪਿਛਲੇ ਜਨਮ ਦੀ ਹੁਣ ਘਟਨਾ ਦੱਸਦੇ ਹਾਂ। ਪਿਛਲੇ ਜਨਮ ਦੇ ਵਿੱਚ ਤੂੰ ਇੱਕ ਭਗਤ ਸੀਗਾ ਤੇ ਭਗਤੀ ਕਰਿਆ ਕਰਦਾ ਹੈ। ਉਤੋ ਤੁਹੀ ਸਿਮਰਤ ਹਰ ਧੀਰ। ਅਤੇ ਉਸ ਵੇਲੇ ਤੂੰ ਪ੍ਰਮਾਤਮਾ ਦਾ ਸਿਮਰਨ ਕਰਦਾ ਸੀ, ਰੱਬ ਦਾ ਭਗਤ ਸੀ ਪਿਛਲੇ ਜਨਮ ਦੇ ਵਿੱਚ, ਤੇ ਭਗਤ ਬਣ ਕੇ ਤੂੰ ਬਹੁਤ ਸਿਮਰਨ ਕੀਤਾ ਹੈ, ਵਾਹਿਗੁਰੂ ਪਰਮੇਸ਼ਰ ਨੂੰ ਯਾਦ ਕੀਤਾ, ਕਮਾਈ ਕੀਤੀ ਉਤੀ ਹੈ। ਤਬਹਿ ਸਿੱਖਣੀ ਲੋਈ। ਇਹ ਜਿਹੜੀ ਬੀਬੀ ਤੇਰੇ ਨਾਲ ਆਈ ਹੈ, ਇਹ ਪਿਛਲੇ ਜਨਮ ਦੇ ਵਿੱਚ ਵੀ ਤੇਰੀ ਪਤਨੀ ਸੀ। ਪਿਛਲੇ ਜਨਮ ਵਿੱਚ ਤੂੰ ਸਾਧੂ ਸੀ, ਇੱਕ ਨਾਮ ਜਪਣ ਵਾਲਾ, ਤੇ ਇਹ ਬੀਬੀ ਜਿਹੜੀ ਹੁਣ ਤੇਰੇ ਨਾਲ ਆਈ ਹੈ ਨਾ, ਇਹ ਪਿਛਲੇ ਜਨਮ ਵਿੱਚ ਤੇਰੀ ਪਤਨੀ ਹੈ। ਇੱਕ ਦਿਨ ਕਹਿਓ ਸੁਨੋ ਤੁਮ ਸੋਈ। ਇੱਕ ਦਿਨ ਤੁਹਾਡਾ ਆਪਸ ਵਿੱਚ ਬਚਨ ਬਲਾਸ ਹੋਇਆ ਤੇ ਤੂੰ ਭਗਤ ਸੀਗਾ, ਤੇ ਤੂੰ ਭਗਤੀ ਕਰਦਿਆਂ ਕਰਦਿਆਂ ਆਪਣੀ ਪਤਨੀ ਨੂੰ ਪੁੱਛਿਆ, ਤੂੰ ਸਵਾਲ ਕੀਤਾ, ਤੂੰ ਆਖਿਆ ਕਿ ਆ ਮੇਰੀ ਪਤਨੀ ਮੇਰੀ ਗੱਲ ਸੁਣਨਾ ਕਰ। ਲੋਈ ਸੁਨੋ ਜਨਮ ਤੈ ਧਰਿਓ। ਤੂੰ ਇਹ ਪੁੱਛ ਲਿਆ ਵੀ ਤੂੰ ਇਹ ਜਿਹੜਾ ਜਨਮ ਧਾਰਿਆ ਹੈ, ਮੇਰੀ ਪਤਨੀ ਬਣ ਕੇ ਦੁਨੀਆ ਤੇ ਆਈ ਹੈ, ਇਸਤਰੀਆਂ ਦਾ ਜਨਮ, ਇਸਤਰੀ ਜਨਮ ਤੂੰ ਧਾਰਿਆ ਹੈ, ਇਹ ਜਨਮ ਨੂੰ ਧਾਰ ਕੇ ਕੌਣ ਲਾਭ ਤੈ ਖਾਟਨ ਕਰਿਓ। ਤੂੰ ਕੋਈ ਲਾਭ ਖਟਿਆ ਕਿ ਨਹੀਂ ਇਸ ਜਨਮ ਦੇ ਵਿੱਚ ਆ ਕੇ? ਭਗਤ ਨੇ ਆਪਣੀ ਘਰਵਾਲੀ ਨੂੰ ਪੁੱਛਿਆ ਵੀ ਜਨਮ ਤੇ ਤੈਨੂੰ ਮਿਲ ਗਿਆ ਮਨੁੱਖਾਂ ਵਾਲਾ, ਇਸਤਰੀ ਬਣ ਕੇ ਦੁਨੀਆ ਤੇ ਆ ਗਈ ਹੈ, ਪਰ ਤੂੰ ਇਸ ਜਨਮ ਦੇ ਵਿੱਚ ਕੋਈ ਕਮਾਈ ਵੀ ਕੀਤੀ ਹੈ ਕਿ ਨਹੀਂ? ਤੈਨੂੰ ਕੁਝ ਪ੍ਰਾਪਤੀ ਵੀ ਹੋਈ ਹੈ, ਕੋਈ ਸਿਮਰਨ ਕੀਤਾ ਹੈ, ਕੁਝ ਨਾਮ ਜਪਿਆ ਹੈ, ਕੁਝ ਸੇਵਾ ਕੀਤੀ ਹੈ, ਕੋਈ ਅਵਸਥਾ ਪ੍ਰਾਪਤ ਵੀ ਹੋਈ ਹੈ ਜਾਂ ਖਾਲੀ ਰਹਿ ਗਈ ਹੈ? ਇੱਕ ਦਿਨ ਤੂੰ ਇਹ ਸਵਾਲ ਕੀਤਾ ਆਪਣੀ ਪਤਨੀ ਨੂੰ। ਪਿਛਲੇ ਜਨਮ ਦੀ ਘਟਨਾ ਹੈ ਵੀ ਪਿਛਲੇ ਜਨਮ ਦੇ ਵਿੱਚ ਤੂੰ ਪੁੱਛਿਆ ਆਪਣੀ ਪਤਨੀ ਨੂੰ ਵੀ ਤੂੰ ਕੋਈ ਕਮਾਈ ਕੀਤੀ ਹੈ। ਸੁਣ ਕੇ ਕਹਿਤ ਭਈ ਸੰਗ ਤੋਹੇ। ਤੇ ਇਹ ਜਿਹੜੀ ਬੀਬੀ ਹੈ, ਇਹਨੇ ਸੁਣ ਕੇ ਤੈਨੂੰ ਅੱਗੋਂ ਜਵਾਬ ਦਿੱਤਾ। ਜੋ ਤੂੰ ਪੁੱਛਿਆ ਨਾ ਵੀ ਕੋਈ ਕਮਾਈ ਕੀਤੀ ਹੈ ਜਾਂ ਤੇਰਾ ਕਮਾਈ ਕਰਨ ਨੂੰ ਜੀ ਕਰਦਾ, ਤੇ ਇਸ ਬੀਬੀ ਨੇ ਤੇਰੇ ਕੋਲੋਂ ਸੁਣ ਕੇ ਤੇ ਫਿਰ ਤੈਨੂੰ ਅੱਗੋਂ ਜਵਾਬ ਉੱਤਰ ਦਿੱਤਾ ਹੈ। ਅਜੋ ਰੀਜ ਸੇਵਾ ਕੀ ਮੋਹੇ। ਇਹਨੇ ਜਵਾਬ ਇਹ ਦਿੱਤਾ ਸੀ ਵੀ ਪਤੀ ਜੀ ਮੇਰਾ ਸੇਵਾ ਕਰਨ ਨੂੰ ਬੜਾ ਮਨ ਕਰਦਾ ਹੈ, ਮੈਂ ਅਜੇ ਮਨ ਕਰਕੇ ਰੱਜੀ ਨਹੀਂ ਸੇਵਾ ਕਰਕੇ। ਭਗਤ ਨੇ ਪੁੱਛਿਆ ਨਾ ਭਗਤਨੀ ਨੂੰ, ਆਪਣੀ ਘਰਵਾਲੀ ਨੂੰ, ਵੀ ਤੂੰ ਕੋਈ ਲਾਭ ਖਟਿਆ ਜਾਂ ਤੇਰੇ ਮਨ ਦੀ ਕੋਈ ਇੱਛਾ ਹੈ? ਤੇ ਇਹਨੇ ਤੈਨੂੰ ਅੱਗੋਂ ਜਵਾਬ ਇਹ ਦਿੱਤਾ ਸੀ ਵੀ ਮੇਰੀ ਇੱਛਾ ਇਹ ਹੈ ਵੀ ਮੈਂ ਬਹੁਤ ਜ਼ਿਆਦਾ ਸੇਵਾ ਕਰਾਂ, ਪਰ ਉਹ ਸੇਵਾ ਕਰਕੇ ਮੇਰਾ ਅਜੇ ਮਨ ਰੱਜਿਆ ਨਹੀਂ, ਮੈਂ ਹੋਰ ਸੇਵਾ ਕਰਨੀ ਚਾਹੁੰਦੀ ਹਾਂ। ਇਸ ਬੀਬੀ ਨੇ ਤੈਨੂੰ ਜਵਾਬ ਦਿੱਤਾ ਹੈ। ਤਬ ਕਬੀਰ ਤ੍ਰਿਆ ਸਾਥ ਕਹੇ ਹੀ। ਉਸ ਵੇਲੇ ਭਗਤ ਜੀ ਨੇ ਅੱਗੋਂ ਫਿਰ ਜਵਾਬ ਦਿੱਤਾ, ਕਹਿਣ ਲੱਗੇ ਜੇ ਤੇਰੀ ਸੇਵਾ ਕਰਨ ਦੀ ਇੱਛਾ ਹੈ ਵੀ ਤੂੰ ਅਜੇ ਸੇਵਾ ਕਰਕੇ ਰੱਜੀ ਨਹੀਂ ਹੈ, ਤੇ ਫਿਰ ਭਗਤ ਜੀ ਅੱਗੋਂ ਕਹਿਣ ਲੱਗੇ ਹਨ ਨਹਿ ਗ੍ਰਹਿਹੀਨ ਰਾਹੋ ਹੋਏ ਇਹੀ। ਇਹ ਜਿਹੜੀਆਂ ਇਸਤਰੀਆਂ ਹਨ, ਘਰੇਲੂ ਇਸਤਰੀਆਂ ਨੇ, ਉਹਨਾਂ ਦਾ ਇਹ ਰਾਹ ਨਹੀਂ ਹੈ। ਜਿਹੜੀ ਗੱਲ ਤੂੰ ਕੀਤੀ ਹੈ, ਬਚਨ ਕੀਤਾ ਹੈ, ਇਹ ਠੀਕ ਨਹੀਂ ਕੀਤਾ ਹੈ। ਜੋ ਮਰਜ਼ੀ ਭਰਤਾ ਕੀ ਹੋਏ। ਅਸਲ ਵਿੱਚ ਚਾਹੀਦਾ ਵੀ ਜੋ ਭਰਤਾ ਪਤੀ ਹੁੰਦਾ ਨਾ, ਜੋ ਉਹਦੀ ਮਰਜ਼ੀ ਹੈ, ਉਚਿਤ ਭਾਰ ਜਾ ਧਾਰੈ ਸੋਏ। ਉਹੀ ਜਿਹੜਾ ਬਚਨ ਹੈ ਉਹ ਇਸਤਰੀ ਨੂੰ ਧਾਰਨ ਕਰਨਾ ਚਾਹੀਦਾ ਹੈ। ਸੇਵਾ ਕਰਨ ਵਾਸ਼ਨਾ ਤੇਰੀ। ਤੇ ਭਗਤ ਨੇ ਆਖਿਆ ਵੀ ਜੇ ਤੇਰੀ ਵਾਸ਼ਨਾ ਹੈ ਨਾ ਸੇਵਾ ਕਰਨ ਦੀ, ਵੀ ਅਜੇ ਸੇਵਾ ਹੋਰ ਕਰਨੀ ਹੈ, ਵੀ ਮੇਰੇ ਕੋਲ ਹੋਈ ਨਹੀਂ ਪੂਰੀ, ਜੇ ਤੇਰੀ ਸੇਵਾ ਕਰਨ ਦੀ ਇੱਛਾ ਹੈ, ਜਨਮ ਧਰੋ ਪੁਨ ਜਗ ਇੱਕ ਬੇਰੀ। ਭਗਤ ਦੇ ਮੂੰਹੋਂ ਬਚਨ ਨਿਕਲ ਗਿਆ ਵੀ ਤੈਨੂੰ ਇੱਕ ਵਾਰੀ ਫਿਰ ਜਨਮ ਹੋਰ ਲੈਣਾ ਪਏਗਾ। ਪੁੱਛਿਆ ਤੇ ਇਹ ਸੀ ਨਾ ਵੀ ਤੂੰ ਕੋਈ ਜੀਵਨ ਵਿੱਚ ਕਮਾਈ ਕੀਤੀ ਹੈ ਜਾਂ ਕਰਨਾ ਚਾਹੁੰਦੀ ਹੈ? ਤੇ ਬੀਬੀ ਦਾ ਜਵਾਬ ਇਹ ਸੀ ਵੀ ਮੇਰੀ ਸੇਵਾ ਕਰਨ ਨੂੰ ਬੜਾ ਮਨ ਕਰਦਾ ਹੈ, ਮੈਂ ਸੇਵਾ ਕਰਕੇ ਅਜੇ ਰੱਜ ਨਹੀਂ ਮੈਨੂੰ ਆਇਆ। ਤੇ ਉਸ ਵੇਲੇ ਭਗਤ ਨੇ ਬਚਨ ਕੀਤਾ, ਕਹਿਣ ਲੱਗੇ ਜੇ ਰੱਜ ਨਹੀਂ ਨਾ ਆਇਆ ਤੈਨੂੰ ਸੇਵਾ ਕਰਕੇ, ਤੇ ਚੱਲ ਫਿਰ ਇੱਕ ਜਨਮ ਹੋਰ ਲੈ ਲਾ, ਅਗਲੇ ਜਨਮ ਵਿੱਚ ਸੇਵਾ ਕਰਕੇ ਤੇ ਆਪਣੇ ਮਨ ਦੀ ਇੱਛਾ ਪੂਰੀ ਕਰ। ਜਿਸ ਵੇਲੇ ਭਗਤ ਦਾ ਬਚਨ ਹੋਇਆ ਵੀ ਤੈਨੂੰ ਜਨਮ ਮਿਲੇਗਾ,
ਤੇ ਉਹ ਫਿਰ ਬਚਨ ਪੂਰਾ ਹੋਣਾ ਤੇ ਜਨਮ ਲੈਣਾ ਪੈਣਾ ਹੈ। ਘਰ ਖੱਤਰੀ ਜਨਮਿਓ ਇਸ ਕਾਲ, ਤੇ ਇਸ ਕਰਕੇ ਇਹ ਜਿਹੜੀ ਬੀਬੀ ਹੈ ਇਹਨੇ ਦੁਬਾਰਾ ਜਨਮ ਲਿਆ ਸੇਵਾ ਕਰਨ ਵਾਸਤੇ। ਹੋਏ ਸ਼੍ਰੀ ਨਾਨਕ ਪੰਥ ਵਿਸਾਲਾ, ਭਗਤ ਨੇ ਬਚਨ ਕੀਤਾ ਵੀ ਆਉਣ ਵਾਲੇ ਸਮੇਂ ਵਿੱਚ ਗੁਰੂ ਨਾਨਕ ਦੇਵ ਮਹਾਰਾਜ ਆਉਣਗੇ ਦੁਨੀਆ ਦੇ ਵਿੱਚ, ਜਿਹੜੀ ਉਹਨਾਂ ਦੀ ਸੰਗਤ ਹੋਵੇਗੀ, ਸਿੱਖ ਹੋਣਗੇ। ਤੂੰ ਗੁਰੂ ਨਾਨਕ ਦੇਵ ਮਹਾਰਾਜ ਦੇ ਸਿੱਖਾਂ ਦੇ ਘਰ ਵਿੱਚ ਜਨਮ ਲੈ ਕੇ ਲੜਕੀ ਬਣ ਕੇ ਜਨਮੇਗੀ ਅਤੇ ਸੇਵਾ ਕਰੇਗੀ। ਇਹ ਭਗਤ ਨੇ ਉਸ ਵੇਲੇ ਬਚਨ ਆਖੇ ਹਨ। ਗੁਰਦਰਸ਼ਨ ਗੁਰਬਾਕ ਸੁਨੈ ਹੈ, ਤੂੰ ਗੁਰੂ ਦਾ ਦਰਸ਼ਨ ਵੀ ਕਰੇਂਗੀ ਔਰ ਗੁਰੂ ਦੇ ਬਚਨ ਵੀ ਸੁਣੇਗੀ। ਭਗਤ ਨੇ ਪਿਛਲੇ ਜਨਮ ਦੇ ਵਿੱਚ ਇਹ ਬਚਨ ਕੀਤੇ ਵੀ ਤੂੰ ਗੁਰੂ ਨਾਨਕ ਦੇਵ ਮਹਾਰਾਜ ਦੀ ਸਿੱਖ ਬਣੇਗੀ, ਸੰਗਤਾਂ ਦੀ ਸੇਵਾ ਕਰੇਂਗੀ ਔਰ ਗੁਰੂ ਦੇ ਦਰਸ਼ਨ ਕਰੇਂਗੀ, ਇਹ ਤੈਨੂੰ ਫਲ ਪ੍ਰਾਪਤ ਹੋਵੇਗਾ। ਪੁਨ ਉਧਾਰ ਸੇਵੇ ਹੋਏ ਜਾਏ ਹੈ, ਅਤੇ ਫਿਰ ਤੇਰਾ ਉਧਾਰ ਹੋ ਜਾਏਗਾ, ਫਿਰ ਤੂੰ ਮੁਕਤ ਹੋ ਜਾਏਂਗੀ। ਵੈਸੇ ਤੇ ਮੁਕਤ ਤੂੰ ਇਸ ਜਨਮ ਦੇ ਵਿੱਚ ਹੀ ਹੋ ਜਾਣਾ ਸੀ, ਪਰ ਤੇਰੀ ਇੱਛਾ ਹੈ ਨਾ ਵੀ ਮੈਂ ਸੇਵਾ ਹੋਰ ਕਰਾਂ। ਇਹ ਸੇਵਾ ਜਾ ਕੇ ਕਰ, ਫਿਰ ਇੱਕ ਜਨਮ ਹੋਰ ਲੈ ਲਾ। ਗੁਰੂ ਨਾਨਕ ਦੇਵ ਮਹਾਰਾਜ ਦੇ ਸਿੱਖਾਂ ਦੇ ਘਰ ਵਿੱਚ ਜਨਮ ਲੈ ਕੇ ਤੂੰ ਸੇਵਾ ਕਰੇਂਗੀ ਔਰ ਗੁਰੂ ਸਾਹਿਬਾਨ ਦੇ ਦਰਸ਼ਨ ਕਰੇਂਗੀ ਤੇ ਫਿਰ ਤੂੰ ਮੁਕਤ ਹੋ ਜਾਵੇਂਗੀ। ਇਹ ਭਗਤ ਨੇ ਉਸ ਵੇਲੇ ਬਚਨ ਕੀਤੇ ਹਨ। ਸੁਨ ਲੋਈ ਚਰਨਨ ਪਰ ਪਰੀ, ਜਦੋਂ ਭਗਤ ਨੇ ਇਹ ਬਚਨ ਆਪਣੀ ਇਸਤਰੀ ਘਰਵਾਲੀ ਨੂੰ ਆਖੇ ਤੇ ਉਹ ਜਿਹੜੀ ਭਗਤਨੀ ਹੈ ਨਾ, ਭਗਤ ਦੀ ਇਸਤਰੀ, ਉਹਨੇ ਫਿਰ ਆਪਣੇ ਪਤੀ ਦੇ ਭਗਤ ਦੇ ਸਾਧੂ ਦੇ ਚਰਨ ਫੜ ਲਏ ਹਨ। ਦੀਨ ਹੋਏ ਤਬ ਬਿਨਤੀ ਕਰੀ, ਤੇ ਬੜੇ ਦੀਨ ਹੋ ਕੇ ਉਹਨੇ ਬੇਨਤੀਆਂ ਕੀਤੀਆਂ, ਤਰਲਾ ਕੀਤਾ ਵੀ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ। ਮੈਂ ਤੇ ਆਪਣੇ ਮਨ ਦਾ ਵਿਚਾਰ ਦਿੱਤਾ ਵੀ ਮੇਰਾ ਜੀ ਕਰਦਾ ਸੇਵਾ ਕਰਾਂ, ਤੁਸੀਂ ਆਖਦੇ ਹੋ ਵੀ ਅੱਗੇ ਜਾ ਕੇ ਜਨਮ ਲੈ ਲਾ ਇੱਕ ਹੋਰ ਤੇ ਮੁਕਤ ਹੋ ਜਾਏਗੀ। ਇਸ ਤਰ੍ਹਾਂ ਨਾ ਕਰੋ ਵੀ ਮੈਂ ਜਿਹੜਾ ਬਚਨ ਕੀਤਾ ਹੈ ਉਹਦੇ ਵਾਸਤੇ ਮੈਨੂੰ ਜਨਮ ਨਾ ਮਿਲੇ ਤੇ ਜਾਂ ਉਹਦੇ ਵਿੱਚ ਫਿਰ ਮੇਰੀ ਤੁਸੀਂ ਮਦਦ ਕਰਨਾ ਕਰੋ। ਤੁਮ ਭੀ ਦਾਸੀ ਕੋ ਮਤ ਤਿਆਗੋ, ਅਤੇ ਮੈਂ ਇਸ ਜਨਮ ਦੇ ਵਿੱਚ ਤੁਹਾਡੀ ਦਾਸੀ ਬਣੀ ਆ, ਤੁਹਾਡੀ ਪਤਨੀ ਬਣੀ ਆ, ਤੁਹਾਡੀ ਸੇਵਾ ਕੀਤੀ ਹੈ। ਜੇ ਮੈਨੂੰ ਅੱਗੇ ਜਨਮ ਦੇ ਵਿੱਚ ਭੇਜਣਾ ਹੈ ਤੇ ਫਿਰ ਤੁਸੀਂ ਵੀ ਮੇਰੇ ਨਾਲ ਜਨਮ ਲਓ, ਤੁਸੀਂ ਵੀ ਮੇਰੇ ਨਾਲ ਦੁਨੀਆ ਤੇ ਹੀ ਆਓ। ਜਿਵੇਂ ਇਸ ਜਨਮ ਦੇ ਵਿੱਚ ਆਪਾਂ ਪਤੀ ਪਤਨੀ ਬਣੇ ਆ, ਅਗਲੇ ਜਨਮ ਦੇ ਵਿੱਚ ਵੀ ਆਪਾਂ ਇਸੇ ਤਰ੍ਹਾਂ ਸਾਡਾ ਇਹ ਜਿਹੜਾ ਸਰੀਰ ਕਰਕੇ ਸੰਜੋਗ ਬਣੇ, ਰਿਸ਼ਤਾ ਬਣੇ, ਅਗਲੇ ਜਨਮ ਵਿੱਚ ਵੀ ਆਪਾਂ ਇਕੱਠੇ ਹੋ ਕੇ ਸੇਵਾ ਕਰੀਏ। ਮੈਨੂੰ ਛੱਡੋ ਨਾ ਇਕੱਲੀ ਨੂੰ ਸੰਸਾਰ ਦੇ ਵਿੱਚ, ਅਗਲੇ ਜਨਮ ਦੇ ਵਿੱਚ ਵੀ ਫਿਰ ਤੁਸੀਂ ਮੇਰੇ ਨਾਲ ਰਹਿਣਾ ਕਰੋ। ਮੇਰੀ ਪਤ ਦੇਖ ਅਨੁਰਾਗੋ, ਅਤੇ ਇਸ ਤਰ੍ਹਾਂ ਮੇਰੀ ਪ੍ਰੀਤੀ ਦੇਖ ਕੇ ਮੇਰੇ ਤੇ ਇਹ ਕਿਰਪਾ ਕਰੋ, ਤਰਸ ਕਰੋ ਵੀ ਮੈਨੂੰ ਇਕੱਲੇ ਨੂੰ ਨਾ ਬਚਨ ਕਰੋ ਵੀ ਮੈਂ ਅੱਗੇ ਜਾ ਕੇ ਜਨਮ ਲੈਣਾ ਹੈ। ਜਾਂ ਤੇ ਅਗਲੇ ਜਨਮ ਦਾ ਜਿਹੜਾ ਕਰਮ ਹੈ ਉਹ ਮੇਟ ਦੇਵੋ, ਅੱਗੇ ਜਨਮ ਨਾ ਲੈਣਾ ਪਵੇ, ਬਚਨ ਵਾਪਸ ਲੈ ਲਓ। ਜੇ ਮੈਨੂੰ ਅਗਲੇ ਜਨਮ ਦੇ ਵਿੱਚ ਭੇਜਣਾ ਹੈ ਤੇ ਫਿਰ ਬਚਨ ਇਹ ਦਿਓ ਵੀ ਤੁਸੀਂ ਵੀ ਨਾਲ ਹੀ ਚੱਲੋਗੇ, ਤੁਸੀਂ ਵੀ ਮੇਰੇ ਨਾਲ ਜਾ ਕੇ ਜਨਮ ਲਓ। ਇਸ ਤਰ੍ਹਾਂ ਭਗਤ ਨੂੰ ਉਸਨੇ ਆਖਿਆ ਹੈ। ਕਹਿਓ ਕਬੀਰ ਸਾਧਨੀ ਸੁਣੀਏ, ਉਸ ਵੇਲੇ ਭਗਤ ਨੇ ਸੁਣੇ ਬਚਨ ਤੇ ਸੁਣ ਕੇ ਫਿਰ ਜਵਾਬ ਦਿੱਤਾ ਹੈ। ਸੇਵਾ ਕਰਨੀ ਹੀ ਭਲ ਜਨੀਏ, ਕਹਿਣ ਲੱਗੇ ਠੀਕ ਹੈ, ਬਚਨ ਤੇ ਮੂੰਹ ਹੋ ਗਿਆ ਵੀ ਸੇਵਾ ਕਰਨੀ ਅਗਲੇ ਜਨਮ ਦੇ ਵਿੱਚ, ਸੇਵਾ ਕਰਨੀ ਹੈ ਬੜੀ ਚੰਗੀ, ਸੇਵਾ ਕਰਨੀ ਚਾਹੀਦੀ ਹੈ। ਵਿੱਚ ਦੁਨੀਆ ਸੇਵ ਕਮਾਈਐ ਤਾਂ ਦਰਗਹਿ ਬੈਸਣ ਪਾਈਐ, ਕਹੋ ਨਾਨਕ ਬਾਹਾਂ ਲੁੜਾਈਐ। ਬਚਨ ਮਹਾਰਾਜ ਜੀਆਂ ਦੇ, ਸੇਵਾ ਕਰਨੀ ਹੈ ਬੜੀ ਚੰਗੀ ਹੈ। ਗੁਰ ਸੇਵਾ ਤਪਾਂ ਸਿਰ ਤਾਪ ਸਾਰ, ਇਹ ਬਚਨ ਵੀ ਗੁਰਬਾਣੀ ਦਾ। ਭਗਤ ਨੇ ਆਖਿਆ ਵੀ ਹੁਣ ਬਚਨ ਤੇ ਨਿਕਲ ਗਿਆ ਵੀ ਤੂੰ ਅਗਲੇ ਜਨਮ ਵਿੱਚ ਸੇਵਾ ਕਰਨੀ ਹੈ, ਉਹ ਬਚਨ ਤੇ ਹੁਣ ਵਾਪਸ ਨਹੀਂ ਹੋਣੇ, ਪਰ ਸੇਵਾ ਕਰਨੀ ਕੋਈ ਮਾੜੀ ਗੱਲ ਥੋੜੀ ਹੈ, ਚੰਗੀ ਗੱਲ ਹੈ। ਇਸ ਕਰਕੇ ਚੰਗੀ ਗੱਲ ਵਿਚਾਰ ਕੇ ਭਈ ਭਾਵਨਾ ਜੇ ਇਮਤੋਹੀ, ਜੇ ਤੇਰੀ ਭਾਵਨਾ ਇਹ ਹੈ ਨਾ ਵੀ ਤੂੰ ਕੱਲੀ ਨੇ ਜਨਮ ਨਹੀਂ ਲੈਣਾ ਤੇ ਮੈਨੂੰ ਵੀ ਨਾਲ ਲਿਜਾਣਾ ਚਾਹੁੰਦੀ ਹੈ ਦੁਬਾਰਾ ਫਿਰ ਦੁਨੀਆ ਦੇ ਵਿੱਚ, ਦੁਬਾਰਾ ਤੇਰਾ ਮਨ ਕਰਦਾ ਵੀ ਮੇਰਾ ਵੀ ਜਨਮ ਹੋਵੇ ਤੇਰੇ ਨਾਲ ਹੀ ਤੇ ਆਪਾਂ ਅਗਲੇ ਜਨਮ ਦੇ ਵਿੱਚ ਵੀ ਪਤੀ ਪਤਨੀ ਬਣੀਏ, ਜੇ ਇਹ ਵਿਚਾਰ ਹੈ ਤੇ ਤੇਰੀ ਉਹ ਜੋ ਭਾਵਨਾ ਹੈ, ਜਨਮ ਹੋਏ ਤੇਰੇ ਸੰਗ ਮੋਹੀ, ਤੇ ਫਿਰ ਸਾਡਾ ਦੋਨਾਂ ਦਾ ਹੀ ਜਨਮ ਹੋਵੇਗਾ। ਚੱਲ ਤੇਰੇ ਨਾਲ ਮੈਂ ਵੀ ਦੁਨੀਆ ਤੇ ਚੱਲਾਂਗਾ। ਜੇ ਤੇਰੇ ਮਨ ਦਾ ਇਹ ਵਿਚਾਰ ਹੈ ਨਾ ਵੀ ਤੂੰ ਸੇਵਾ ਕਰਨੀ ਹੈ, ਜੇ ਸੇਵਾ ਕਰਕੇ ਰੱਜ ਨਹੀਂ ਆਇਆ, ਚੱਲ ਅੱਗੇ ਇੱਕ ਜਨਮ ਹੋਰ ਲੈ ਲਾ, ਅਗਲੇ ਜਨਮ ਵਿੱਚ ਸੇਵਾ ਕਰਕੇ ਰੱਜ ਜਾ ਤੇ ਮੁਕਤ ਹੋ ਜਾਏ। ਬਚਨ ਆਖਿਆ ਭਗਤ ਨੇ ਤੇ ਉਸ ਦੀ ਘਰ ਵਾਲੀ ਪਤਨੀ ਕਹਿਣ ਲੱਗੀ ਵੀ ਕੱਲੀ ਨੂੰ ਨਾ ਭੇਜੋ, ਫਿਰ ਦੁਬਾਰਾ ਤੁਸੀਂ ਵੀ ਨਾਲ ਹੀ ਚੱਲੋ, ਆਪਾਂ ਜਾ ਕੇ ਦੋਨੇ ਹੀ ਸੇਵਾ ਕਰਾਂਗੇ ਤੇ ਫਿਰ ਦੋਨੇ ਮੁਕਤ ਹੋ ਜਾਵਾਂਗੇ। ਤੇ ਭਗਤ ਜੀਆਂ ਨੇ ਫਿਰ ਉੱਤਰ ਦਿੱਤਾ, ਕਹਿਣ ਲੱਗੇ ਠੀਕ ਹੈ, ਜੇ ਤੇਰੇ ਮਨ ਦੀ ਇਹ ਵਿਚਾਰ ਹੈ ਚੱਲ ਆਪਾਂ ਦੋਨੇ ਹੀ ਅਗਲੇ ਜਨਮ ਦੇ ਵਿੱਚ ਫਿਰ ਜਨਮ ਲਵਾਂਗੇ ਤੇ ਦੋਨੇ ਹੀ ਪਤੀ ਪਤਨੀ ਬਣ ਕੇ ਸੇਵਾ ਕਰਾਂਗੇ।
ਇਸ ਕਰਕੇ ਉਹ ਸੇਵਾ ਕਰਨ ਵਾਸਤੇ ਇਮ ਕਹਿ ਜਨਮ ਧਰਿਓ ਤੁਬਦੋਈ। ਇਸ ਤਰ੍ਹਾਂ ਇਹ ਤੁਸੀਂ ਜਨਮ ਧਾਰਨ ਕੀਤਾ। ਉਹ ਖੜੇ ਸੀ ਨਾ ਮਹਾਰਾਜ ਦੇ ਸਾਹਮਣੇ ਆ ਕੇ ਗੁਰੂ ਗੋਬਿੰਦ ਸਿੰਘ ਜੀਆਂ ਦੇ। ਸਤਿਗੁਰਾਂ ਨੇ ਤਾਂ ਹੀ ਪੁੱਛਿਆ ਸੀ, ਦੱਸੋ ਤੁਸੀਂ ਕਿਸ ਦੇ ਸਿੱਖ ਹੋ? ਤੇ ਉਹਨਾਂ ਨੇ ਜਦੋਂ ਜਵਾਬ ਤੇ ਬੜਾ ਚੰਗਾ ਦਿੱਤਾ, ਪਰ ਮਹਾਰਾਜ ਜਾਣ ਗਿਆ ਵੀ ਇਹਨਾਂ ਨੂੰ ਪਿਛਲੇ ਜਨਮ ਦੀ ਘਟਨਾ ਦਾ ਪਤਾ ਨਹੀਂ ਹੈ। ਸਤਿਗੁਰੂ ਕਹਿਣ ਲੱਗੇ ਵੀ ਇਹਦੇ ਵਿੱਚ ਇੱਕ ਰਾਜ ਹੈ, ਉਹ ਅਸੀਂ ਤੁਹਾਨੂੰ ਦੱਸ ਦਿੰਦੇ ਹਾਂ। ਪੂਰਬ ਕੀ ਸੁਧ ਰਹੀ ਨਾ ਕੋਈ। ਤੁਹਾਨੂੰ ਪਿਛਲੇ ਜਨਮ ਦੀ ਖਬਰ ਕੋਈ ਨਹੀਂ, ਉਹ ਤੁਹਾਨੂੰ ਅਸੀਂ ਹੁਣ ਦੱਸ ਦਿੱਤੀ ਹੈ ਵੀ ਇਸ ਤਰ੍ਹਾਂ ਤੁਹਾਨੂੰ ਇਹ ਜਨਮ ਮਿਲਿਆ ਹੈ। ਕਹਿਓ ਕਿ ਸਮਾਂ ਸੋ ਪੂਰਬ ਤੇਰਾ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ, ਭਾਈ ਪਿਛਲੇ ਜਨਮ ਦੇ ਵਿੱਚ ਜਿਹੜੇ ਚੰਗੇ ਕਰਮ ਹਨ, ਗੁਰਬਿਨ ਨਾਹੇ ਜਾਗੈ ਇਸ ਇਹ ਬੇਰਾ। ਗੁਰੂ ਤੋਂ ਬਿਨਾ ਭਾਈ ਚੰਗਾ ਸਮਾਂ ਵੀ ਜਾਗਦਾ ਨਹੀਂ ਹੈ, ਚੰਗਾ ਸਮਾਂ ਪ੍ਰਾਪਤ ਨਹੀਂ ਹੁੰਦਾ। ਬੰਦਗੀ ਨੂੰ, ਤਪ ਨੂੰ, ਸਿਮਰਨ ਨੂੰ, ਸੇਵਾ ਨੂੰ ਭਾਗ ਉਦੋਂ ਲੱਗਦਾ ਜਦੋਂ ਗੁਰੂ ਕਿਰਪਾ ਕਰੇ। ਜਿੰਨਾ ਚਿਰ ਗੁਰੂ ਦੀ ਨਜ਼ਰ ਨਹੀਂ ਨਾ ਹੁੰਦੀ, ਉਹਨਾਂ ਚਿਰ ਮੁਕਤੀ ਕੋਈ ਨਹੀਂ ਹੈ। ਗੁਰੂ ਨਾਨਕ ਦੇਵ ਮਹਾਰਾਜ ਤੁਰੇ ਜਾ ਰਹੇ ਨੇ, ਰਸਤੇ ਵਿੱਚ ਇੱਕ ਵਪਾਰੀ ਮਿਲ ਗਿਆ, ਸੌਦਾ ਵੇਚਣ ਵਾਲਾ। ਤੇ ਮਹਾਰਾਜ ਨੇ ਜਾਣ ਬੁੱਝ ਕੇ ਉਹਨੂੰ ਕੋਲ ਬਿਠਾ ਲਿਆ। ਸਤਿਗੁਰੂ ਕਹਿੰਦੇ, ਥੈਲੇ ਵਿੱਚ ਕੀ ਪਾਇਆ? ਕਹਿੰਦਾ ਜੀ ਵੱਟੇ ਨੇ ਭਾਰ ਜੋਖਣ ਵਾਸਤੇ। ਤੇ ਮਹਾਰਾਜ ਕਹਿੰਦੇ, ਲਿਆ ਕੱਢ ਕੇ ਵਿਖਾ। ਉਹਨੇ ਵੱਟੇ ਕੱਢ ਲਏ, ਵੱਡੇ ਸਾਰੇ ਵੱਟੇ ਨੂੰ ਹੱਥ ਪਾਇਆ। ਕਹਿੰਦੇ ਵੀ ਇਹ, ਕਹਿੰਦਾ ਜੀ 5 ਸੇਰ ਦਾ ਰੱਖ ਦਿੱਤਾ। ਇੱਕ ਹੋਰ ਵੱਟਾ ਉਦੋਂ ਛੋਟਾ ਫੜ ਲਿਆ, ਕਹਿੰਦੇ ਇਹ, ਕਹਿੰਦਾ ਜੀ 2 ਸੇਰ ਦਾ, ਉਹ ਵੀ ਰੱਖ ਦਿੱਤਾ। ਇੱਕ ਹੋਰ ਛੋਟਾ ਜਿਹਾ ਵੱਟਾ ਫੜਿਆ, ਕਹਿਣ ਲੱਗਾ ਜੀ 1 ਸੇਰ ਦਾ ਹੈ। ਜਿਵੇਂ ਜਿਵੇਂ ਮਹਾਰਾਜ ਪੁੱਛਦੇ ਉਹ ਦੱਸੀ ਜਾ ਰਿਹਾ। ਤੇ ਜਦੋਂ ਸਭ ਤੋਂ ਛੋਟੇ ਵੱਟੇ ਨੂੰ ਹੱਥ ਪਾਇਆ ਨਾ ਮਹਾਰਾਜ ਨੇ, ਤੇ ਆਪਣੇ ਹੱਥ ਵਿੱਚ ਲਿਆ, ਤੇ ਮਹਾਰਾਜ ਕਹਿਣ ਲੱਗੇ ਇਹ, ਕਹਿੰਦਾ ਜੀ ਇਹ ਪਾਈਆ ਦਾ ਹੈ। ਤੇ ਜਦੋਂ ਉਹਨੇ ਆਖਿਆ ਨਾ ਪਾਈਆ ਦਾ, ਤੇ ਸਤਿਗੁਰੂ ਕਹਿਣ ਲੱਗੇ, ਧੰਨ, ਇਹ ਧੰਨ ਹੈ ਜਿਹਨੇ ਆਪਣੇ ਆਪ ਨੂੰ ਪਾਈਆ ਕਹਾਇਆ ਹੈ, ਇਹ ਧੰਨ ਹੈ ਪਾਈਆ। ਇੰਨਾ ਕਹਿ ਕੇ ਤੇ ਮਹਾਰਾਜ ਨੇ ਉਸ ਵਪਾਰੀ ਦੇ ਵੱਲ ਮਿਹਰ ਦੀ ਨਜ਼ਰ ਦੇ ਨਾਲ ਤੱਕਿਆ। ਉਸ ਦੇ ਕਪਾਟ ਖੁੱਲ ਗਏ, ਬ੍ਰਹਮ ਗਿਆਨ ਦੀ ਅਵਸਥਾ ਨੂੰ ਪ੍ਰਾਪਤ ਹੋ ਗਿਆ, ਮੁਕਤੀ ਨੂੰ ਪ੍ਰਾਪਤ ਹੋ ਗਿਆ। ਭਾਈ ਮਰਦਾਨਾ ਜੀ ਨੇ ਬਾਅਦ ਵਿੱਚ ਸਵਾਲ ਕੀਤਾ, ਕਹਿਣ ਲੱਗੇ, ਮਹਾਰਾਜ ਜਿਹੜੀ ਅਵਸਥਾ ਤੁਸੀਂ ਇੰਨਾ ਕਹਿ ਕੇ ਹੀ ਦੇ ਦਿੱਤੀ ਹੈ ਵੀ ਧੰਨ ਸੋ ਪਾਈਆ, ਇਹ ਅਵਸਥਾ ਲੈਣ ਵਾਸਤੇ ਤੇ ਸਾਰਾ ਜਨਮ ਭਗਤੀ ਕਰਨੀ ਪੈਂਦੀ। ਕਈ ਜਨਮ ਬੰਦੇ ਭਗਤੀ ਕਰਦਿਆਂ ਲਾ ਦਿੰਦੇ, ਫਿਰ ਜਾ ਕੇ ਇਹ ਅਵਸਥਾ ਬਣਦੀ ਹੈ। ਤੁਸੀਂ 2 ਮਿੰਟ ਹੀ ਲਾਏ, ਪੁੱਛਿਆ ਵੀ ਆਹ ਵੱਟਾ ਕਿੰਨੇ ਦਾ, ਆਹ ਕਿੰਨੇ ਦਾ, ਤੇ ਪਾਈਆ ਕਹਿ ਕੇ ਉਹਦੇ ਮਹਾਰਾਜ ਕਪਾਟ ਖੋਲ ਦਿੱਤੇ। ਇੰਨੀ ਛੇਤੀ ਬਖਸ਼ਿਸ਼ ਕਰ ਦਿੱਤੀ ਹੈ। ਗੁਰੂ ਨਾਨਕ ਦੇਵ ਮਹਾਰਾਜ ਕਹਿਣ ਲੱਗੇ, ਕਹਿੰਦੇ ਭਾਈ ਮਰਦਾਨਿਆ, ਇਸ ਵਿਅਕਤੀ ਦੇ ਪਿਛਲੇ ਜਨਮਾਂ ਦੇ ਵਿੱਚ ਜਪ, ਤਪ, ਸੇਵਾ, ਸਿਮਰਨ ਸਭ ਕੁਝ ਪੂਰਾ ਹੋ ਚੁੱਕਿਆ ਸੀ। ਸਭ ਕੁਝ ਇਹਦਾ ਪੂਰਾ ਸੀ। ਸਿਰਫ ਫਰਕ ਕਿੱਥੇ ਹੈ? ਇਹਦਾ ਮਿਲਾਪ ਨਹੀਂ ਸੀ ਹੋਇਆ ਗੁਰੂ ਦੇ ਨਾਲ। ਉਹ ਬਸ ਮਿਲਾਪ ਹੀ ਹੋਣਾ ਸੀ, ਇੱਕ ਬਹਾਨਾ ਬਣਨਾ ਸੀ। ਇਹ ਜਪ ਤਾਂ ਪਿਛਲੇ ਜਨਮ 'ਚ ਆਪਣੇ ਪੂਰੇ ਕਰ ਚੁੱਕਿਆ। ਜੋ ਕੁਝ ਮੁਕਤੀ ਵਾਸਤੇ ਚਾਹੀਦਾ ਨਾ, ਉਨੀ ਕਮਾਈ ਇਹਨੇ ਕਰ ਲਈ ਹੈ। ਬਸ ਇਹਦਾ ਗੁਰੂ ਨਾਲ ਮਿਲਾਪ ਨਹੀਂ ਹੋਇਆ। ਜਿੰਨਾ ਚਿਰ ਗੁਰੂ ਨਾਲ ਮਿਲਾਪ ਨਹੀਂ ਸੀ ਹੋਣਾ, ਉਹਨਾਂ ਚਿਰ ਇਹਨੂੰ ਪ੍ਰਾਪਤੀ, ਇਹਨੇ ਮੁਕਤ ਨਹੀਂ ਸੀ ਹੋਣਾ। ਅੱਜ ਇਹ ਸਾਨੂੰ ਪ੍ਰਾਪਤ ਹੋਇਆ, ਇਹ ਤੇ ਅਸੀਂ ਬਹਾਨਾ ਬਣਾ ਲਿਆ ਵੀ ਆਹ ਵੱਟਾ ਕਿੰਨੇ ਦਾ ਜਾਂ ਕਿੰਨੇ ਦਾ। ਅਸਲ ਵਿੱਚ ਅਸੀਂ ਇਹਦੇ ਨਾਲ ਬਚਨ ਬਿਲਾਸ ਕਰਨੇ ਸਨ, ਤੇ ਇਹ 'ਤੇ ਪ੍ਰਸੰਨਤਾ ਕਰਕੇ ਇਹਨੂੰ ਮੁਕਤ ਕਰਨਾ ਸੀ, ਤਾਂ ਇਹਨੂੰ ਮੁਕਤ ਕੀਤਾ ਹੈ। ਬਚਨ ਇਹ ਹੈ, ਜਪ ਤਪ ਜਿੰਨੇ ਮਰਜ਼ੀ ਕਰ ਲਈਏ, ਸੇਵਾ ਸਿਮਰਨ ਕਰ ਲਈਏ, ਘਾਲ ਕਮਾਈ ਬਹੁਤੀ ਕਰ ਲਈਏ, ਪਰ ਬਖਸ਼ਿਸ਼ ਉਦੋਂ ਹੋਣੀ ਹੈ ਜਦੋਂ ਗੁਰੂ ਕਿਰਪਾ ਕਰੇਗਾ। ਤਾਂ ਹੀ ਲਿਖਿਆ ਜਾਂਦਾ, ਇੱਕ ਓੰਕਾਰ ਸਤਿਗੁਰ ਪ੍ਰਸਾਦ। ਗੁਰੂ ਦੀ ਪ੍ਰਸਾਦ, ਗੁਰੂ ਦੀ ਕਿਰਪਾ। ਜਿੰਨਾ ਚਿਰ ਗੁਰੂ ਕਿਰਪਾ ਨਹੀਂ ਕਰਦਾ, ਉਹਨਾਂ ਚਿਰ ਮੁਕਤੀ ਨਹੀਂ ਹੈ। ਇਸ ਕਰਕੇ ਗੁਰੂ ਦੀ ਕਿਰਪਾ ਜ਼ਰੂਰੀ ਹੈ, ਤਾਂ ਆਪਾਂ ਗੁਰੂ ਧਾਰਨ ਕਰਦੇ ਹਾਂ। ਸਤਿਗੁਰੂ ਇੱਥੇ ਬਚਨ ਕਰਦੇ ਪਏ, ਕਹਿਣ ਲੱਗੇ, ਭਾਈ ਪਿਛਲੇ ਜਨਮ ਦੇ ਵਿੱਚ ਤੁਹਾਡਾ ਜਪ ਤਪ ਪੂਰਾ ਹੋ ਚੁੱਕਿਆ ਸੀ, ਪਰ ਤੁਹਾਨੂੰ ਪੂਰੇ ਗੁਰੂ ਦੀ ਸੰਗਤ ਵਿੱਚ ਆਉਣਾ ਪੈਣਾ ਸੀ। ਇਸ ਕਰਕੇ ਤੁਹਾਨੂੰ ਇਹ ਜਨਮ ਮਿਲਿਆ ਹੈ। ਅੱਜ ਤੁਸੀਂ ਸਾਡੇ ਕੋਲ ਆਏ ਹੋ, ਉਹ ਤੁਹਾਡਾ ਕਰਮ ਜਿਹੜਾ ਰਹਿੰਦਾ ਸੀ ਨਾ ਪੂਰੇ ਗੁਰੂ ਨੂੰ ਮਿਲਣ ਵਾਲਾ, ਉਹ ਅੱਜ ਪੂਰਾ ਹੋ ਗਿਆ। ਇਸ ਕਰਕੇ ਤੁਸੀਂ ਦੋਨੇ ਹੀ ਮੁਕਤ ਹੋ ਗਏ ਹੋ। ਇਤਨੋ ਕਹਿ ਗੁਰ ਕੀਨ ਇਸ ਪ੍ਰਸਾਦ। ਤਰ੍ਹਾਂ ਕਹਿ ਕੇ ਮਹਾਰਾਜ ਨੇ ਮਿਹਰ ਦੀ ਨਜ਼ਰ ਦੇ ਨਾਲ, ਕਿਰਪਾ ਦੇ ਨਾਲ, ਇਹ ਜਿਹੜੇ ਪਤੀ ਪਤਨੀ ਦੋਨੇ ਮਹਾਰਾਜ ਦੇ ਸਾਹਮਣੇ ਖਲੋਤੇ ਹੋਏ ਸਤਿਗੁਰਾਂ ਨੇ ਇਹਨਾਂ ਦੇ ਵੱਲ ਤੱਕਿਆ ਹੈ। ਨਿਜ ਕਰ ਦੀਨ ਕਰਾਹ ਪ੍ਰਸਾਦ। ਇੰਨੇ ਚਿਰ ਨੂੰ ਸਿੱਖ ਪ੍ਰਸ਼ਾਦ ਲੈ ਕੇ ਆ ਗਿਆ, ਦੇਗ ਵੰਡਣ ਵਾਲਾ। ਉਹਨੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਨੂੰ ਪ੍ਰਸ਼ਾਦ ਦਿੱਤਾ, ਤੇ ਸਤਿਗੁਰਾਂ ਨੇ ਪ੍ਰਸ਼ਾਦ ਰੱਖਿਆ ਆਪਣੇ ਹੱਥ ਤੇ। ਕੜਾਹ ਪ੍ਰਸ਼ਾਦ ਆਪਣੇ ਹੱਥ ਤੇ ਰੱਖ ਕੇ
ਆਪਣੇ ਹੱਥ ਵਿੱਚੋਂ ਮਹਾਰਾਜ ਨੇ ਅੱਧਾ ਅੱਧਾ ਪ੍ਰਸ਼ਾਦ ਉਹਨਾਂ ਦੋਵਾਂ ਨੂੰ ਦੇ ਦਿੱਤਾ, ਪਤੀ ਪਤਨੀ ਨੂੰ। ਕਹਿਣ ਲੱਗੇ ਲਓ ਭਾਈ ਆ ਪ੍ਰਸ਼ਾਦ ਛਕ ਲਓ। ਇਹ ਬਚਨ ਕੀਤੇ ਹਨ। ਸਿੱਖ ਸਿੱਖਣੀ ਮੁਖ ਪਾਵਨ ਕੀਨਾ, ਉਹਨਾਂ ਦੋਨਾਂ ਜਾਣਿਆਂ ਨੇ ਉਹ ਪ੍ਰਸ਼ਾਦ ਮਹਾਰਾਜ ਦਾ ਦਿੱਤਾ, ਜਦੋਂ ਮੂੰਹ ਵਿੱਚ ਪਾਇਆ ਹੈ ਖੁੱਲ ਕਪਾਟ ਭਾਠਾਟ ਨਵੀਨਾ। ਦੋਨਾਂ ਦੇ ਕਪਾਟ ਖੁੱਲ ਗਏ, ਦੋਵਾਂ ਦੇ ਭਰਮ ਦੇ ਪਰਦੇ ਖੁੱਲ ਗਏ, ਦੋਨੇ ਜਾਣੇ ਬ੍ਰਹਮ ਗਿਆਨ ਦੀ ਅਵਸਥਾ ਵਿੱਚ ਪਹੁੰਚ ਗਏ। ਇੱਕ ਵਾਰੀ ਆਖੀਏ ਸਤਨਾਮ। ਸਤਿ ਸ੍ਰੀ ਅਕਾਲ। ਸਤਿਗੁਰੂ ਪਾਤਸ਼ਾਹ ਮਹਾਰਾਜ ਨੇ ਇਹ ਕਿਰਪਾ ਕੀਤੀ ਕਿ ਪ੍ਰਸਾਦ ਛਕਾ ਕੇ ਮਹਾਰਾਜ ਸਮਰੱਥ ਨੇ, ਜੋ ਚਾਹੁਣ ਉਹ ਕਰ ਸਕਦੇ। ਸਤਿਗੁਰਾਂ ਦਾ ਸੀਤਲ ਪ੍ਰਸ਼ਾਦ ਜਿਹੜਾ ਹੈ ਉਹ ਬਖਸ਼ਿਸ਼ਾਂ ਕਰਨ ਵਾਲਾ ਹੈ। ਇਸ ਤਰ੍ਹਾਂ ਮਹਾਰਾਜ ਨੇ ਬਖਸ਼ਿਸ਼ ਕੀਤੀ ਹੈ। ਜਾਗਿਓ ਬੋਧ ਸਗਲ ਸੁਧ ਆਏ। ਪਿਛਲੇ ਜਨਮ ਦਾ ਵੀ ਗਿਆਨ, ਜਿਹੜੀ ਸਾਖੀ, ਜਿਹੜੀ ਘਟਨਾ ਮਹਾਰਾਜ ਨੇ ਦੱਸੀ ਨਾ, ਵੀ ਪਿਛਲਾ ਜਨਮ ਤੁਹਾਡਾ ਇਸ ਤਰ੍ਹਾਂ ਦਾ ਸੀ, ਭਗਤਾਂ ਦਾ ਸੀ, ਉਹ ਸਾਰੀ ਪਿਛਲੇ ਜਨਮ ਦੀ ਵੀ ਗਿਆਨ ਸੋਝੀ ਹੋ ਗਈ ਹੈ। ਜਿਮ ਜਿਮ ਬੀਤੀ ਮਤ ਬਿਸਮਾਈ। ਜਿਵੇਂ ਜਿਵੇਂ ਬੀਤੀ ਸੀ ਉਹ ਸਾਰੇ ਬਚਨ ਚੇਤੇ ਆ ਗਏ ਤੇ ਹੈਰਾਨ ਹੁੰਦੇ ਹਨ। ਬੋਲੇ ਹਾਥ ਜੋਰ ਮੁਖ ਜੋਵੇਂ। ਇਹ ਦੋਨੇ ਜਾਣੇ ਹੱਥ ਜੋੜ ਕੇ ਸਤਿਗੁਰਾਂ ਦਾ ਮੁਖ ਤੱਕ ਕੇ ਤੇ ਬੋਲਦੇ ਹਨ। ਹਮ ਪ੍ਰਤ ਬਾਕ ਆਪ ਕੋ ਹੋਵੇ। ਸਤਿਗੁਰੂ ਪਾਤਸ਼ਾਹ ਜੀ, ਜਿਸ ਤਰ੍ਹਾਂ ਦਾ ਬਚਨ ਹੁਣ ਤੁਸੀਂ ਸਾਨੂੰ ਕਰੋਗੇ, ਦਾਤਾਂ ਤੇ ਮਿਲ ਗਈਆਂ, ਹੁਣ ਦੱਸੋ ਵੀ ਅੱਗੇ ਅਸੀਂ ਕੀ ਕਰੀਏ। ਜਿਵੇਂ ਦਾ ਆਪ ਜੀ ਹੁਕਮ ਕਰੋਗੇ, ਬਚਨ ਕਰੋਗੇ। ਅਬ ਇਸ ਦੇਹ ਸਹਿਤ ਹੋਇਆ ਏ। ਮਹਾਰਾਜ ਹੁਣ ਅਸੀਂ ਇਸ ਮਨੁੱਖਾ ਦੇਹੀ ਦੇ ਵਿੱਚ ਸਫਲੇ ਹੋ ਗਏ ਹਾਂ। ਪੂਰਬ ਬਾਣੀ ਦੇਹੁ ਸੁਨਾਏ। ਤੇ ਸਤਿਗੁਰੂ ਕਹਿਣ ਲੱਗੇ ਕਿ ਭਾਈ ਤੁਸੀਂ ਸਫਲੇ ਹੋ ਗਏ ਹੋ, ਹੁਣ ਸਾਨੂੰ ਗੁਰਬਾਣੀ ਸਰਵਨ ਕਰਵਾਓ। ਜਿਸ ਕੋ ਸੁਨ ਕਰ ਸੰਗਤ ਪ੍ਰੀਤ। ਜਿਸ ਕਰਕੇ ਸੁਣ ਕੇ ਸੰਗਤਾਂ ਦੇ ਮਨ ਵਿੱਚ ਪ੍ਰੇਮ ਪੈਦਾ ਹੋਵੇ। ਆਏ ਸਰਵ ਕੇ ਹਿਰਦੇ ਪ੍ਰਤੀਤ। ਸਾਰਿਆਂ ਦੇ ਮਨ ਵਿੱਚ ਭਰੋਸਾ ਤੇ ਪ੍ਰੇਮ ਪੈਦਾ ਹੋਵੇ। ਤਬ ਕਬੀਰ ਗਨ ਸ਼ਬਦ ਸੁਨਾਏ। ਉਸ ਵੇਲੇ ਉਸ ਭਗਤਾਂ ਨੇ ਕੁਝ ਸ਼ਬਦ ਸਤਿਗੁਰੂ ਨੂੰ ਸਰਵਨ ਕਰਵਾਏ। ਜਨਮ ਪ੍ਰਥਮ ਕੇ ਜਥਾ ਬਣਾਏ। ਅਤੇ ਜਿਵੇਂ ਜਨਮ ਹੁੰਦਾ, ਜਿਵੇਂ ਮੌਤ ਹੁੰਦੀ ਹੈ, ਜਿਵੇਂ ਭਗਤਾਂ ਦੀ ਬਾਣੀ ਵਿੱਚ ਆਪਾਂ ਸਰਵਨ ਕਰਦੇ, ਐਸੇ ਸ਼ਬਦ ਸਰਵਨ ਹੋਏ ਹਨ। ਭੋਗ ਪਾਏ ਕਰ ਸੀਸ ਨਿਵਾਇਓ। ਉਸ ਵੇਲੇ ਭੋਗ ਪਾ ਕੇ ਤੇ ਫਿਰ ਸੀਸ ਨਵਾ ਕੇ ਨਮਸਕਾਰ ਕੀਤੀ ਹੈ। ਸ਼੍ਰੀ ਮੁਖ ਤੇ ਤਬ ਇਹ ਫਰਮਾਇਓ। ਮਹਾਰਾਜ ਜੀਆਂ ਨੇ ਉਸ ਵੇਲੇ ਆਪਣੇ ਮੁਖ ਤੋਂ ਫਿਰ ਬਚਨ ਆਖੇ। ਸਭ ਭਗਤਨ ਸਰਦਾਰ ਕਬੀਰ। ਕਹਿਣ ਲੱਗੇ ਭਾਈ, ਭਗਤ ਕਬੀਰ ਸਾਹਿਬ ਜੀ ਨਾਮ ਦੇ ਭਗਤ ਹੋਏ ਨੇ, ਪਰ ਭਗਤ ਕਬੀਰ ਜੀਆਂ ਨੂੰ ਸਾਰਿਆਂ ਭਗਤਾਂ ਦਾ ਸਰਦਾਰ ਕਿਹਾ ਜਾਂਦਾ, ਮੋਢੀ ਕਿਹਾ ਜਾਂਦਾ, ਮੁਖੀ ਕਿਹਾ ਜਾਂਦਾ ਹੈ। ਭਗਤ ਕਬੀਰ ਸਾਹਿਬ ਜੀਆਂ ਨੂੰ ਸ਼੍ਰੋਮਣੀ ਭਗਤ ਆਖਿਆ ਜਾਂਦਾ ਹੈ। ਭਗਤ ਕਬੀਰ ਜੀਆਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਹੈ, ਤੇ ਭਗਤ ਰਾਮਾਨੰਦ ਦੀ ਬਾਣੀ ਵੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਹੈ। ਰਾਮਾਨੰਦ ਜੀ ਗੁਰੂ ਨੇ ਤੇ ਭਗਤ ਕਬੀਰ ਜੀ ਚੇਲੇ ਨੇ, ਪਰ ਭਗਤ ਕਬੀਰ ਜੀਆਂ ਦੀ ਵਡਿਆਈ ਇੰਨੀ ਹੈ ਕਿ ਸ਼੍ਰੋਮਣੀ ਭਗਤ ਕਬੀਰ ਜੀ ਨੂੰ ਹੀ ਕਿਹਾ ਜਾਂਦਾ ਹੈ। ਇੰਨੀ ਕਮਾਈ ਕਰਕੇ ਏਡੀ ਵੱਡੀ ਅਵਸਥਾ ਨੂੰ ਪ੍ਰਾਪਤ ਹੋਏ। ਪਾਛੇ ਲਾਗੋ ਹਰ ਫਿਰੇ ਕਹਿਤ ਕਬੀਰ ਕਬੀਰ। ਹੁਣ ਤੇ ਪਰਮੇਸ਼ਰ ਵੀ ਭਗਤਾਂ ਨੂੰ ਆਪ ਆਵਾਜ਼ ਮਾਰਦਾ ਪਿਆ, ਐਸੀ ਅਵਸਥਾ ਤੇ ਐਸਾ ਪ੍ਰੇਮ ਬਣ ਗਿਆ। ਕਹਿਣ ਲੱਗੇ ਵੀ ਇਸ ਤਰ੍ਹਾਂ ਭਗਤ ਕਬੀਰ ਸਾਹਿਬ ਜੀ ਹੋਏ ਨੇ, ਜਿਹੜੇ ਸਾਰਿਆਂ ਭਗਤਾਂ ਦੇ ਸਰਦਾਰ ਨੇ, ਸ਼੍ਰੋਮਣੀ ਨੇ, ਮੁਖੀ ਹਨ, ਸਾਰਿਆਂ ਦੇ ਮੋਢੀ ਹਨ। ਰਚੇ ਗੁਰੂ ਕਿਆ ਪੰਥ ਗਹੀਰ। ਅਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਨੇ ਇਹ ਸੋਹਣਾ ਪੰਥ ਰਚਿਆ ਹੈ, ਬਣਾਇਆ ਹੈ। ਅਬ ਸਿੱਖਨ ਘਰ ਜਨਮੋ ਜਾਏ। ਸੋ ਇਸ ਕਰਕੇ ਸਿੱਖਾਂ ਦੇ ਘਰ ਵਿੱਚ ਜਨਮ ਲੈ ਕੇ ਧਰਮ ਰੱਖਣ ਹਿਤ ਬੇਖ ਬਣਾਏ। ਅਤੇ ਧਰਮ ਦੀ ਕਮਾਈ ਕਰੋ, ਐਸੀ ਕਮਾਈ ਕਰਨਾ ਕਰੋ। ਕਲਯੁਗ ਕੋ ਕਰਵੋ ਨਿਰਵਾਹੂ। ਕਲਯੁਗ ਦੇ ਵਿੱਚ ਜੋ ਵੀ ਇਹ ਵਾਪਰ ਰਿਹਾ ਹੈ, ਉਤਰੋ ਸਿੱਖਨ ਕੇ ਘਰ ਮਾਹੂ। ਸਿੱਖਾਂ ਦੇ ਘਰ ਵਿੱਚ ਜਨਮ ਲੈ ਕੇ ਤੇ ਮੁਕਤੀ ਲੈਣਾ ਕਰੋ। ਸੁਨ ਪ੍ਰਭ ਤੇ ਸਿੱਖ ਸਿੱਖਣੀ ਜਾਗੇ। ਇਸ ਕਰਕੇ ਮਹਾਰਾਜ ਦੇ ਕੋਲੋਂ ਸੁਣ ਕੇ ਉਹ ਜਿਹੜੇ ਦੋ ਜਾਣੇ ਆਏ, ਸਿੱਖ ਬੀਬੀ ਤੇ ਉਸ ਦਾ ਪਤੀ, ਇਹਨਾਂ ਦੋਨਾਂ ਨੇ ਬਚਨ ਸੁਨੇ ਹਨ। ਗਮਨੇ ਸਦਨ ਜੋਗ ਕੋ ਲਾਗੇ। ਅਤੇ ਇਸ ਤਰ੍ਹਾਂ ਆਪਣੇ ਘਰ ਜਾ ਕੇ ਫਿਰ ਸੇਵਾ ਵਿੱਚ ਲੱਗ ਗਏ ਹਨ। ਮਾਨਿਓ ਬਚਨ ਭਗਤ ਸਮੁਦਾਇ। ਇਸ ਤਰ੍ਹਾਂ ਜਿੰਨੇ ਵੀ ਭਗਤ ਨੇ, ਜਿੰਨੇ ਵੀ ਸਿੱਖ ਨੇ, ਉਹ ਗੁਰੂ ਦਾ ਬਚਨ ਮੰਨਣ ਵਾਲੇ ਹਨ। ਸਿੱਖਨ ਘਰੇ ਜਨਮ ਧਰਿਆ ਏ। ਅਤੇ ਇਸ ਤਰ੍ਹਾਂ ਮਹਾਰਾਜ ਜੀਆਂ ਨੇ ਮੁਕਤੀ ਦੇਣ ਵਾਸਤੇ ਮਾਰਿਆ ਸਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ। ਇਹ ਜਿਹੜਾ ਸਿੱਖ ਮਤ ਹੈ ਨਾ, ਗੁਰੂ ਨਾਨਕ ਦੇਵ ਜੀ ਨੇ ਚਲਾਇਆ, ਇਹ ਆਪਾਂ ਇਸ ਤਰ੍ਹਾਂ ਕਹਿ ਲਈਏ ਵੀ ਇਹ ਮੁਕਤ ਕਰਨ ਵਾਸਤੇ ਇੱਕ ਰਾਹ ਖੋਲ੍ਹਿਆ ਮਹਾਰਾਜ ਨੇ, ਮੁਕਤੀ ਦੇਣ ਵਾਸਤੇ। ਮੁਕਤੀ ਇਹ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਵੰਡਦੇ ਪਏ।
ਵਿਦਵਾਨਾਂ ਦਾ ਕਥਨ ਇਹ ਹੈ, ਤੁਸੀਂ ਇਹ ਮਤਾਂ ਸੋਚੋ ਵੀ ਸਤਯੁਗ ਤੋਂ ਬਾਅਦ 'ਚ ਤ੍ਰੇਤਾ ਆਵੇਗਾ, ਤ੍ਰੇਤੇ ਤੋਂ ਬਾਅਦ ਵਿੱਚ ਦੁਆਪਰ ਆਵੇਗਾ, ਦੁਆਪਰ ਤੋਂ ਬਾਅਦ ਵਿੱਚ ਕਲਯੁਗ ਆਵੇਗਾ ਅਤੇ ਕਲਯੁਗ ਦੇ ਵਿੱਚ ਗੁਰੂ ਨਾਨਕ ਦੇਵ ਆਉਣਗੇ। ਇਹ ਮਤਾਂ ਸੋਚ ਲਓ। ਯੁੱਗ ਤੇ ਵਾਰੀ-ਵਾਰੀ ਆਏ ਜਾਣਗੇ, 4-4 ਯੁੱਗਾਂ ਦੀ ਚੌਂਕੜੀ ਪਤਾ ਨਹੀਂ ਕਿੰਨੀ ਕੁ ਵਾਰੀ ਆਵੇਗੀ, ਪਰ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਦਾ ਅਵਤਾਰ ਹਰ ਕਲਯੁਗ ਦੇ ਵਿੱਚ ਨਹੀਂ ਆਵੇਗਾ। ਇਹ ਤੇ ਜਦੋਂ ਦੀ ਕਿਤੇ ਧਰਤੀ ਬਣੀ ਹੈ, ਸ੍ਰਿਸ਼ਟੀ ਬਣੀ ਹੈ, ਕਈ ਅਰਬ ਖਰਬ ਸਾਲ ਹੋ ਗਏ, ਇਹ ਪਹਿਲੀ ਵਾਰ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੋ ਪਰਮੇਸ਼ਰ ਦਾ ਅਵਤਾਰ ਨੇ, ਉਹ ਦੁਨੀਆ ਤੇ ਆਏ ਪਹਿਲੀ ਵਾਰ ਸਾਡਾ ਭਲਾ ਕਰਨ ਵਾਸਤੇ। ਇਹ ਵਾਰ-ਵਾਰ ਨਹੀਂ ਇਹ ਦਾਤ ਪ੍ਰਾਪਤ ਹੋਵੇਗੀ। ਤੇ ਜੇ ਹੁਣ ਵੀ ਆਪਾਂ ਗੁਰੂ ਨਾਨਕ ਦੇਵ ਮਹਾਰਾਜ ਦਾ ਬਚਨ ਕਮਾ ਕੇ, ਸਿੱਖ ਬਣ ਕੇ, ਬਾਣੀ ਪੜ੍ਹ ਕੇ, ਗੁਰੂ ਵਾਲੇ ਬਣ ਕੇ ਜੇ ਜਨਮ ਨਾ ਸਫਲਾ ਕਰ ਸਕੇ, ਤੇ ਫਿਰ ਇਹ ਪਤਾ ਨਹੀਂ ਕਿੰਨੇ ਜਨਮਾਂ ਤੇ ਕਿੰਨੇ ਯੁੱਗਾਂ ਦੇ ਲੇਖੇ ਨੇ, ਅੰਤ ਹੀ ਕੋਈ ਨਹੀਂ ਹੈ। ਐਸੀ ਵੱਡੀ ਦਾਤ ਹੈ। ਪੰਥ ਵਿਖੇ ਹੋਏ ਸੇਵਾ ਲਾਗੇ, ਜਿਹੜਾ ਇਸ ਤਰ੍ਹਾਂ ਗੁਰੂ ਨਾਨਕ ਦੇਵ ਮਹਾਰਾਜ ਦੇ ਪੰਥ ਵਿੱਚ ਆਉਂਦਾ, ਸੇਵਾ ਵਿੱਚ ਲੱਗ ਕੇ, ਤੁਰਕਨ ਸੰਗ ਜੰਗ ਮਹਿ ਜਾਗੇ। ਇਸ ਤਰ੍ਹਾਂ ਫਿਰ ਮਹਾਰਾਜ ਦੇ ਸੂਰਮਿਆਂ ਨੇ ਕੁਝ ਮੁਗਲਾਂ ਨਾਲ ਜੰਗ ਕੀਤੇ ਹਨ। ਭਇਓ ਖਾਲਸਾ ਤੇਜ ਵਿਸਾਲਾ, ਖਾਲਸਾ ਪੰਥ ਦਾ ਤੇਜ ਪ੍ਰਤਾਪ ਵਧਿਆ ਹੈ। ਕੇਸ ਕਾਸ਼ ਧਰ ਸ਼ਸਤਰ ਕਰਲ, ਮਹਾਰਾਜ ਨੇ ਇੱਕ ਪਹਿਰਾਵਾ ਦਿੱਤਾ ਆਪਣੇ ਸਿੱਖ ਨੂੰ ਵੀ ਕੇਸਾਂ ਨੂੰ ਸਦਾ ਵਾਸਤੇ ਰੱਖਣਾ ਹੈ, ਕੇਸਾਂ ਨੂੰ ਕਦੇ ਨਹੀਂ ਕੱਟਣਾ ਹੈ। ਕੇਸ ਰੱਖਣਾ ਹੈ, ਗੁਰੂ ਦੀ ਮੋਹਰ ਹੈ। 5 ਕਕਾਰ ਪਾਉਣੇ ਗੁਰੂ ਦਾ ਹੁਕਮ ਹੈ। ਕੰਘਾ ਕੜਾ ਕਿਰਪਾਨ ਕਛਹਿਰਾ, ਇਹ ਜੋ 5 ਕਕਾਰ ਇਹ ਧਾਰਨ ਕਰਨੇ ਗੁਰੂ ਦਾ ਲਿਬਾਸ ਹੈ। ਆਪਣੇ ਸਰੀਰ ਤੇ ਸ਼ਸਤਰ ਸਜਾਉਣੇ ਇਹ ਵੀ ਗੁਰੂ ਦਾ ਹੁਕਮ ਹੈ। ਭਏ ਵੀਰ ਰਸ ਮੈਂ ਇਸ ਸਾਵਧਾਨ, ਤਰ੍ਹਾਂ ਗੁਰੂ ਕੇ ਸਿੱਖ ਵੀਰ ਰਸ ਵਿੱਚ ਰਹਿੰਦੇ ਸਾਵਧਾਨ ਹੋ ਕੇ ਨਾਮ ਜਪਦੇ ਹਨ। ਬਿਨਾ ਜੁਧ ਕੁਛ ਚਹਿ ਨਾ ਆਨਾ, ਗੁਰੂ ਕਾ ਸਿੱਖ ਹਰ ਵੇਲੇ ਜਿਹੜਾ ਹੈ, ਖਾਲਸਾ ਸੋ ਜੋ ਚੜ੍ਹੇ ਤੁਰੰਗ, ਖਾਲਸਾ ਸੋ ਜੋ ਕਰੈ ਨਿਤ ਜੰਗ। ਜਿੱਥੇ ਅਸੀਂ ਬਾਹਰੀ ਦੁਸ਼ਮਣਾਂ ਨਾਲ ਜੰਗ ਕਰਦੇ ਹਾਂ, ਉੱਥੇ ਜਿਹੜੇ ਸਾਡੇ ਅੰਦਰ ਦੁਸ਼ਮਣ ਬੈਠੇ, ਕਾਮ ਕ੍ਰੋਧ ਲੋਭ ਮੋਹ ਹੰਕਾਰ, ਇਹਨਾਂ ਨਾਲ ਵੀ ਖਾਲਸੇ ਦਾ ਹਰ ਵੇਲੇ ਜੰਗ ਚੱਲਦਾ ਰਹਿੰਦਾ ਹੈ। ਇਸ ਤਰ੍ਹਾਂ ਮਹਾਰਾਜ ਦੀਆਂ ਨੇ ਇਹ ਜੋ ਬੀਬੀ ਆਈ ਹੈ, ਸਿੱਖ ਬੀਬੀ, ਉਹ 'ਤੇ ਬਖਸ਼ਿਸ਼ਾਂ ਕੀਤੀਆਂ ਅਤੇ ਨਾਲ ਹੀ ਸਿੱਖ ਦੇ ਉੱਪਰ ਕਿਰਪਾ ਕੀਤੀ ਹੈ। ਸਤਿਗੁਰੂ ਪਾਤਸ਼ਾਹ ਕਿਰਪਾ ਕਰਨ, ਭੁੱਲਾਂ ਚੁੱਕਾਂ ਦੀ ਮੁਆਫੀ, ਲੇਖਾ ਕਤਹਿ ਨਾ ਛੂਟੀ ਹੈ, ਬਖਸ਼ਣ ਹਾਰ ਬਖਸ਼ ਲੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਸਾਹਿਬ ਜੀ। ਦੀਨ ਦਰਦ ਨਿਵਾਰ ਠਾਕੁਰ,